ਇਹ ਦਿਲ ਦੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ। ਹਰ ਰੋਜ਼ ਅਸੀਂ ਇੱਕ ਨਵੀਂ ਸ਼ਖਸੀਅਤ ਨਾਲ ਆਪਣੇ ਦਰਸ਼ਕਾਂ ਨੂੰ ਰੂਬਰੂ ਕਰਾਉਂਦੇ ਹਾਂ। ਅੱਜ ਸਾਡੇ ਨਾਲ ਨੇ ਕੈਨੇਡਾ ਤੋਂ ਸਰਦਾਰ ਚਰਨਜੀਤ ਸਿੰਘ ਜੀ, ਜਿਨ੍ਹਾਂ ਨੇ ਅੱਜ ਦਾ ਅਸੀਂ ਜਿਹੜਾ ਵਿਸ਼ਾ ਹੈ ਗੁਰਬਾਣੀ ਤੇ ਗੁਰਮਤਿ ਸਿਧਾਂਤ, ਗੁਰਬਾਣੀ ਅਤੇ ਗੁਰਮਤਿ ਦੇ ਸਿਧਾਂਤਾਂ ਨੂੰ ਲੈ ਕੇ ਕਈ ਉਹਨਾਂ ਨੇ ਅੱਜ ਦੇ ਟੈਕਨੀਕ ਦੇ ਹਿਸਾਬ ਨਾਲ ਕਈ ਉਪਰਾਲੇ ਔਰ ਕਈ ਖੋਜ ਕੀਤੀਆਂ ਨੇ। ਤੇ ਮੈਂ ਸਰਦਾਰ ਕੁਲਮੋਹਨ ਸਿੰਘ ਜੀ ਰਾਜਾ ਸਾਲਸੀ ਜੀ ਨੂੰ ਬੇਨਤੀ ਕਰਾਂਗਾ, ਉਹ ਕਰਨਗੇ ਦਿਲ ਦੀਆਂ ਗੱਲਾਂ ਸਰਦਾਰ ਚਰਨਜੀਤ ਸਿੰਘ ਨਾਲ। ਸਰਦਾਰ ਕੁਲਮੋਹਨ ਸਿੰਘ ਜੀ ਰਾਜਾ ਸਾਲਸੀ। ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਮੋਹਨ ਸਿੰਘ ਰਾਜੇ ਸਾਂਸੀ। ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ, ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਕੁਲਮੋਹਨ ਸਿੰਘ ਰਾਜੇ ਸਾਂਸੀ, ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ, ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ ਹਾਂ। ਵੀਰ ਹਰਜੋਤ ਸ਼ਾਹ ਸਿੰਘ ਜੀ ਨੇ ਜਿਵੇਂ ਦੱਸਿਆ ਕਿ ਅੱਜ ਸਾਡੇ ਮਹਿਮਾਨ ਜਿਹੜੇ ਨੇ ਉਹ ਸਰਦਾਰ ਚਰਨਜੀਤ ਸਿੰਘ ਜੀ, ਜਿਹੜੇ ਕਿ ਓਟਵਾ ਔਰ ਓਸ਼ਵਾ ਕੈਨੇਡਾ ਤੋਂ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ, ਔਰ ਸਰਦਾਰਨੀ ਕੁਲਵਿੰਦਰ ਕੌਰ ਜੀ ਜਿਹੜੇ ਕਿ ਉਹਨਾਂ ਦੇ ਜੀਵਨ ਦੇ ਵੀ ਸਾਥੀ ਨੇ, ਔਰ ਨਾਲ ਹੀ ਉਹਨਾਂ ਨੇ ਗੁਰਮਤਿ ਦੇ ਸਿਧਾਂਤ ਦੀ ਖੋਜ ਦੇ ਵਿਚਕਾਰ ਇੱਕ ਲਾਇਬ੍ਰੇਰੀਅਨ ਦੇ ਰੂਪ ਵਿੱਚ ਉਹਨਾਂ ਨਾਲ ਕੰਮ ਕੀਤਾ। ਜ਼ਿੰਦਗੀ 'ਚ ਲਾਇਬ੍ਰੇਰੀਅਨ ਦਾ ਇੱਕ ਕਿਤਾਬ ਪੜ੍ਹਨ ਵਾਲੇ ਦੇ ਨਾਲ ਕੀ ਸੰਬੰਧ ਹੁੰਦਾ, ਇਸ ਨੂੰ ਕੇਵਲ ਤਾਂ ਕਿਤੇ ਕਿਤਾਬ ਪੜ੍ਹਨ ਵਾਲਾ ਔਰ ਕਿਤਾਬ ਦੇ ਬਾਰੇ ਮਨ 'ਚ ਜਿਗਿਆਸਾ ਰੱਖਣ ਵਾਲਾ ਹੀ ਸਮਝ ਸਕਦਾ ਹੈ। ਅੱਜ ਦੇ ਮਹਿਮਾਨ ਬਾਰੇ ਮੈਂ ਕਿਤਨੀ ਗੱਲ ਕਰਨਾ ਚਾਹਾਂਗਾ ਕਿ ਸਰਦਾਰ ਚਰਨਜੀਤ ਸਿੰਘ ਜੀ ਨੇ ਇੱਕ ਗੁਰਸਿੱਖ, ਜਿਵੇਂ ਕਿ ਆਮ ਤੌਰ ਤੇ ਇੱਕ ਗੁਰਸਿੱਖ ਦੇ ਅੰਦਰ ਗੁਰਮਤਿ ਗੁਰਬਾਣੀ ਨੂੰ ਸਮਝਣ ਲਈ ਜੋ ਜਿਗਿਆਸਾ, ਜਿਹੜੀ ਭੁੱਖ ਉਸ ਦੇ ਮਨ ਵਿੱਚ ਹੁੰਦੀ ਹੈ, ਉਹ ਹਮੇਸ਼ਾ ਗੁਰਬਾਣੀ ਦੇ ਰਾਹੀਂ ਗੁਰਬਾਣੀ ਦੀਆਂ ਸਹੀ ਸੋਚ ਨੂੰ ਸਮਝ ਕੇ ਹੀ ਉਸ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਨਹੀਂ ਤਾਂ ਇਨਸਾਨ ਕਦੀ ਵੀ ਜ਼ਿੰਦਗੀ 'ਚ ਸੰਤੋਖ ਵਰਗੀ ਅਵਸਥਾ ਤੇ, ਜਿਹਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਸੰਤੋਖ ਦੀ ਅਵਸਥਾ ਜਿਹੜੀ ਹੈ ਉੱਥੇ ਪਹੁੰਚਣਾ ਬੜਾ ਅਸੰਭਵ ਜਿਹਾ ਹੋ ਜਾਂਦਾ। ਸੋ ਅੱਜ ਅਸੀਂ ਇਹਨਾਂ ਨਾਲ ਗੱਲਾਂ ਕਰਾਂਗੇ ਕਿ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਗੁਰਮਤਿ ਨੂੰ ਸਮਝਿਆ, ਕਿਵੇਂ ਇਹਨਾਂ ਦੀ ਜ਼ਿੰਦਗੀ 'ਚ ਗੁਰਮਤਿ ਪ੍ਰਵੇਸ਼ ਕੀਤੀ ਹੈ, ਕਿਵੇਂ ਗੁਰਮਤਿ ਨੂੰ ਸਮਝਾਉਣ ਲਈ ਇਹਨਾਂ ਨੇ ਦੂਸਰਿਆਂ ਦੇ ਉਪਰਾਲੇ ਕੀਤੇ ਨੇ, ਉਹਨਾਂ ਨੇ ਅੱਜ ਵਿਸ਼ੇ ਤੇ ਜਾਣਾਂਗੇ। ਸਰਦਾਰ ਚਰਨਜੀਤ ਸਿੰਘ ਜੀ, ਕੁਲਵਿੰਦਰ ਕੌਰ ਜੀ, ਜੀ ਆਇਆਂ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਔਰ ਸਿੱਖੀ ਚੈਨਲ ਦੇ ਦਰਸ਼ਕਾਂ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਚਰਨਜੀਤ ਸਿੰਘ ਜੀ, ਇਸ ਤੋਂ ਪਹਿਲਾਂ ਕਿ ਮੈਂ ਗੱਲਬਾਤ ਸ਼ੁਰੂ ਕਰਾਂ, ਮੈਂ ਇੰਟਰੋਡਕਸ਼ਨ 'ਚ ਤੁਹਾਡੇ ਬਾਰੇ ਕਿਹਾ ਕਿ ਤੁਹਾਡੇ ਅੰਦਰ ਜਿਗਿਆਸਾ ਸੀ, ਤੁਸੀਂ ਉਸ ਜਿਗਿਆਸਾ ਨੂੰ ਪੂਰਾ ਕਰਨ ਵਾਸਤੇ ਗੁਰਮਤਿ ਤੇ ਗੁਰ ਸਿਧਾਂਤ ਨੂੰ ਕਿਸ ਤਰੀਕੇ ਦੇ ਨਾਲ ਰੂਪਾਂਤਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਵੇਂ ਉਹਨਾਂ ਨੂੰ ਡਾਇਗ੍ਰਾਮਸ ਦੇ ਰਾਹੀਂ, ਕਿਵੇਂ ਉਹਨਾਂ ਨੂੰ ਸਾਇੰਟੀਫਿਕ ਟੈਕਨੋਲੋਜੀ ਨੂੰ ਯੂਜ਼ ਕਰਕੇ ਤੁਸੀਂ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਜ਼ਰੂਰੀ ਗੱਲ ਹੈ ਕਿ ਪਹਿਲੇ ਉਹਨੂੰ ਆਪ ਸਮਝਿਆ ਹੋਏਗਾ ਤੇ ਫਿਰ ਪਹੁੰਚਾਇਆ ਹੋਏਗਾ। ਪੰਜਾਬ ਯੂਨੀਵਰਸਿਟੀ ਦੇ ਨਾਲ ਵੀ ਤੁਸੀਂ ਇੱਕ ਟੈਕਨੋਲੋਜੀ ਰਿਸਰਚ ਜਿਹੜੀ ਹੈ, ਡਿਜੀਟਲ ਟੈਕਨੋਲੋਜੀ ਦੀ ਜਿਹੜੀ ਰਿਸਰਚ ਹੈ, ਉਸ ਦੇ ਉੱਤੇ ਆਪਨੇ ਕੰਮ ਆਰੰਭ ਕੀਤਾ। ਕਿਹੜੀਆਂ ਯੂਨੀਵਰਸਿਟੀਆਂ ਨੇ ਤੁਹਾਨੂੰ ਸਪੋਰਟ ਕੀਤਾ, ਕਿਵੇਂ ਉਹ ਸੌਫਟਵੇਅਰ ਜਿਹੜਾ ਫ੍ਰੀ ਹੈ ਤਿਆਰ ਕੀਤਾ, ਇਹ ਅਸੀਂ ਅਜੇ ਗੱਲਬਾਤ ਦੇ ਅਗਲੇ ਹਿੱਸੇ 'ਚ ਕਰਾਂਗੇ। ਲੇਕਿਨ ਪਹਿਲਾਂ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਗੁਰਬਾਣੀ ਦੀ ਖੋਜ ਦੀ ਚਿਣਕ, ਕਿਉਂਕਿ ਇਹ ਚਿੰਗਾਰੀ ਹੁੰਦੀ ਹੈ, ਜਦੋਂ ਮਨ 'ਚ ਭੜਕਦੀ ਹੈ ਤੇ ਫਿਰ ਉੱਥੋਂ ਹੀ ਇੱਕ ਜਵਾਲਾ ਨਿਕਲਦੀ ਹੈ। ਉਹ ਜਵਾਲਾ ਜਿਹੜੀ ਹੈ ਮਨ ਨੂੰ, ਜਿੱਥੇ ਅਸੀਂ ਕਹਿੰਦੇ ਹਾਂ ਕਿ ਵੀ ਅੱਗ ਜਿਹੜੀ ਹੈ ਉਹ ਕਿਸੇ ਚੀਜ਼ ਨੂੰ ਖਤਮ ਕਰਦੀ ਹੈ, ਲੇਕਿਨ ਕਈ ਵਾਰੀ ਉਹ ਅੱਗ ਜਿਹੜੀ ਹੈ ਕਿਸੇ ਨਾ ਕਿਸੇ ਚੀਜ਼ ਨੂੰ ਅੱਗੇ ਹੋਰ ਵਧਾਉਣ ਵਾਸਤੇ ਇੱਕ ਸਰੋਤ ਲੱਭਦੀ ਹੈ। ਸੋ ਚਰਨਜੀਤ ਸਿੰਘ ਜੀ, ਕੁਲਵਿੰਦਰ ਕੌਰ ਜੀ, ਜਿਨ੍ਹਾਂ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਤੁਹਾਡੇ ਜੀਵਨ ਸਾਥੀ ਵੀ ਨੇ, ਲੇਕਿਨ ਉਸਦੇ ਨਾਲ ਨਾਲ ਆਪ ਜੀ ਨੂੰ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਸਹਿਯੋਗ ਕੀਤਾ। ਲੇਕਿਨ ਪਹਿਲਾਂ ਇਹ ਮੈਂ ਪੁੱਛਣਾ ਚਾਹਾਂਗਾ ਕਿ ਗੁਰਬਾਣੀ ਖੋਜ ਦੀ ਚਿਣਕ ਆਪ ਨੂੰ ਕਿਵੇਂ ਲੱਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਬਚਪਨ ਤੋਂ ਹੀ ਸਾਡਾ ਦੋਨਾਂ ਦਾ, ਇਹਨਾਂ ਦਾ ਤੇ ਸਾਡਾ ਪਰਿਵਾਰ, ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੀ ਦੋਨੋਂ ਜਾਣੇ ਜੰਮੇ ਆ ਜੀ। ਤੇ ਸਾਡੀਆਂ ਦੋਨਾਂ ਦੀਆਂ ਮਾਤਾਵਾਂ ਜਿਹੜੇ ਇਸਤਰੀ ਸਤਸੰਗ ਦੇ ਵਿੱਚ ਦੋਨੋਂ ਜਾਣੇ ਜਾਂਦੇ ਸੀ, ਔਰ ਮੈਨੂੰ ਇਹ ਦੱਸਦੇ ਹੋਏ ਬੜਾ ਫਖਰ ਹੁੰਦਾ ਹੈ ਕਿ ਮੈਨੂੰ ਮੇਰੀ ਮਾਂ ਨੇ ਤੇ ਇਹਨਾਂ ਦੇ ਮਦਰ ਨੇ
ਮੈਨੂੰ ਬਹੁਤ ਬਚਪਨ ਤੋਂ ਹੀ 7-8 ਸਾਲ ਦੇ ਬੱਚੇ ਤੋਂ ਜਦੋਂ ਮੇਰੀ ਉਮਰ ਸੀ ਉਦੋਂ ਤੋਂ ਹੀ ਬਹੁਤ ਉਤਸ਼ਾਹਿਤ ਕੀਤਾ, ਮੇਰੀ ਜਿਗਿਆਸਾ ਨੂੰ ਵਧਾਇਆ। ਇਨਫੈਕਟ ਇਹਨਾਂ ਦੇ ਮਦਰ ਬੜਾ ਪਿਆਰਾ ਕੀਰਤਨ ਕਰਦੇ ਸੀ ਔਰ ਉਹ ਕੀਰਤਨ ਮੈਨੂੰ ਅੰਦਰ ਤੱਕ ਛੋਹ ਜਾਂਦਾ ਸੀ ਐਂਡ ਆਈ ਐਂਡਡ ਅਪ ਮੈਰਿੰਗ ਹਰ ਡਾਟਰ ਸੋ ਬਾਕੀ ਇਹ ਜਿਹੜਾ ਜਾਂਦੇ ਸੀ ਤੁਸੀਂ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ। ਕਿਹਾ ਸੀ ਹਜੂਰ ਸਾਹਿਬ ਸਾਡੇ ਡੈਡੀ ਲੈ ਜਾਂਦੇ ਹੁੰਦੇ ਸੀ ਮਹੀਨਾ ਅਸੀਂ ਉੱਥੇ ਜਾ ਕੇ ਨਾਲ ਖੇਡਦੇ ਸੀ, ਨਾਲ ਸੇਵਾ ਕਰਦੇ ਸੀਗੇ। ਡੈਡੀ ਮੇਰੇ ਜ਼ਿਆਦਾ ਆਫਿਸ ਦਾ ਉੱਥੇ ਕੰਮ ਜਾ ਕੇ ਸੰਭਾਲਦੇ ਸੀ ਤੇ ਅਸੀਂ ਬੱਚੇ ਸਾਰੇ ਰਲ ਕੇ, ਮੈਨੂੰ ਯਾਦ ਹੈ ਇੱਕ ਵਾਰ ਕੰਸਟਰਕਸ਼ਨ ਚੱਲ ਰਹੀ ਸੀ ਤੇ ਅਸੀਂ ਉੱਤੇ ਆਪਣੀਆਂ ਤਗਾਰੀਆਂ ਸੀਮੈਂਟ ਦੀਆਂ ਉੱਤੇ ਲੈ ਕੇ ਜਾਂਦੇ ਸੀਗੇ। ਤਾਂ ਉਹ ਸ਼ੁਰੂ ਬਚਪਨ ਤੋਂ ਹੀ ਪੇਰੈਂਟਸ ਨੇ ਕਾਫੀ ਸਾਨੂੰ ਇਹਦੇ ਵੱਲ ਪਾਸੇ ਜੋੜਿਆ। ਗੁਰਬਾਣੀ ਦੀ ਦਾਤ ਸਾਨੂੰ ਆਪਣੇ ਮਾਂ ਪਿਤਾ ਤੋਂ, ਦਾਦੀ ਮਾਂ ਤੋਂ, ਗ੍ਰੈਂਡ ਪੈਰੈਂਟਸ ਤੋਂ ਮਿਲੀ ਜੀ। ਔਰ ਅਸੀਂ ਦੋਨੋਂ ਆਪਣੇ ਆਪਣੇ ਮੁਹੱਲਿਆਂ 'ਚ ਇਕੱਠੇ ਖੇਡਦੇ ਵੀ ਹੁੰਦੇ ਸੀ ਔਰ ਉਹ ਜਿਹੜੀ ਸਾਡੀ ਖੇਡ ਸੀ ਉਹਦਾ ਨਾਂ ਸੀ ਬਾਬੇ ਨਾਨਕ ਦਾ ਘਰ ਕਿਹੜਾ। ਮੈਂ ਸਮਝਦਾ ਕਿ ਉਹ ਜਿਹੜਾ ਘਰ ਲੱਭਣ ਦੀ ਚਾਹਤ ਸੀ ਔਰ ਉਹ ਪਰਿਵਾਰਕ ਜਿਹੜੀ ਸਾਡੀ ਸਾਂਝ ਸੀ ਉਹਦੇ ਕਰਕੇ ਸਾਨੂੰ ਇਹਦੇ ਵਿੱਚ ਦੋਨਾਂ ਨੂੰ ਹੀ ਬਹੁਤ ਜ਼ਿਆਦਾ ਰੁਚੀ ਔਰ ਸਾਡਾ ਉਲਾਸ ਔਰ ਸਾਡੀ ਜਿਹੜੀ ਚਿਣਗ ਹੈ, ਅਸੀਂ ਕਹਿ ਸਕਦੇ ਹਾਂ ਕਿ ਗੁਰਬਾਣੀ ਦੀ ਸਾਨੂੰ ਚਿਣਗ ਉਹ ਸਾਰੇ ਵਾਤਾਵਰਣ ਚੋਂ, ਸਾਡੇ ਬਚਪਨ ਚੋਂ, ਸਾਡੇ ਪਰਿਵਾਰ ਚੋਂ, ਸਾਡੇ ਸੱਜਣਾ ਮਿੱਤਰਾਂ ਤੋਂ ਸਾਰਿਆਂ ਨੇ ਰਲਾ ਮਿਲਾ ਕੇ ਹੀ ਸਾਡੇ 'ਚ ਪਾਈ ਜੀ। ਸੋ ਚਰਨਜੀਤ ਸਿੰਘ ਜੀ, ਇਹ ਤਾਂ ਤੁਹਾਡੀ ਬੁਨਿਆਦੀ ਤੌਰ ਤੇ ਗੱਲ ਹੋ ਗਈ ਕਿ ਤੁਸੀਂ ਇਹ ਚਿਨਕ ਕਿਵੇਂ ਲੱਗੀ। ਜਿਹੜੀ ਤੁਹਾਨੂੰ ਚਿਨਕ ਲੱਗੀ ਹੈ, ਇਸ ਚਿਨਕ ਦਾ ਤੁਹਾਡੇ ਪਰਿਵਾਰ ਨੇ ਇਹਨੂੰ ਕਿਵੇਂ ਰਿਸਪੌਂਡ ਕੀਤਾ, ਕਿਵੇਂ ਤੁਹਾਡੇ ਪਰਿਵਾਰ ਨੇ ਇਹਨੂੰ ਲਿਆ? ਕਿਉਂਕਿ ਹਮੇਸ਼ਾ ਜਦੋਂ ਤੁਸੀਂ ਕਿਸੇ ਕਾਜ ਨੂੰ, ਖੋਜ ਨੂੰ ਤੁਰ ਤੇ ਡੈਫੀਨੇਟਲੀ ਤੁਹਾਨੂੰ ਪਰਿਵਾਰ ਦੇ ਸਹਿਯੋਗ ਦੀ ਲੋੜ ਹੁੰਦੀ ਹੈ, ਉਹਦੇ ਰਿਸਪੌਂਸ ਦੀ ਲੋੜ ਹੁੰਦੀ ਹੈ। ਇਹ ਤਾਂ ਦੱਸਿਆ ਕਿ ਤੁਹਾਨੂੰ ਇਹ ਪਿਤਾ ਪੁਰਖੀ ਆਪਣੇ ਬਜ਼ੁਰਗਾਂ ਦੇ ਥਰੂ ਇਹ ਸਾਰੀਆਂ ਚੀਜ਼ਾਂ ਤੁਹਾਡੀ ਝੋਲੀ 'ਚ ਪਈਆਂ ਨੇ ਔਰ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਲੇਕਿਨ ਅਗਲੇ ਪਾਸਿਓਂ ਤੁਹਾਨੂੰ ਕਿਹੋ ਜਿਹਾ ਰਿਸਪੌਂਸ ਮਿਲਿਆ ਉਹਦੇ ਬਾਰੇ ਮੈਂ ਜ਼ਿਕਰ ਕਰਨਾ ਚਾਹਾਂਗਾ ਤੁਹਾਡੇ ਕੋਲੋਂ ਕਿ ਵੀ ਕਿਵੇਂ ਤੁਹਾਡੇ ਪਰਿਵਾਰ ਨੇ ਇਹਨੂੰ ਰਿਸਪੌਂਡ ਕੀਤਾ। ਇਹ ਗੁਰੂ ਨਾਨਕ ਦੀ ਬੜੀ ਬਖਸ਼ਿਸ਼ ਹੋਈ ਜੀ ਕਿ ਸਾਡਾ ਦੋਨਾਂ ਦਾ ਸੰਜੋਗ ਵੀ ਬਚਪਨ ਤੋਂ ਹੀ ਜਿਹੜਾ ਬਣਿਆ ਹੋਇਆ ਸੀ ਉਹ ਇੱਕ ਪੂਰੀ ਜ਼ਿੰਦਗੀ ਦਾ ਸੰਜੋਗ ਦੇ ਵਿੱਚ ਬਦਲ ਗਿਆ। ਔਰ ਉਸ ਤੋਂ ਬਾਅਦ ਮੇਰੀ ਪੜ੍ਹਾਈ ਜਿਹੜੀ ਸੀ ਉਹ ਇਕਨੋਮਿਕਸ ਦੀ ਸੀ ਜੀ, ਇਹਨਾਂ ਦੀ ਪੜ੍ਹਾਈ ਜਿਹੜੀ ਸੀ ਉਹ ਲਾਇਬ੍ਰੇਰੀ ਦੇ ਵਿੱਚ ਸੀ ਜੀ। ਔਰ ਅਸੀਂ ਦੋਨੋਂ ਜਦੋਂ ਕੈਨੇਡਾ ਆਏ ਤਾਂ ਪਹਿਲਾਂ ਅਸੀਂ ਆਪਣੀਆਂ ਜੌਬਸ ਵਗੈਰਾ ਲੱਭੀਆਂ ਜੀ ਤੇ ਗੁਰੂ ਨਾਨਕ ਦੀ ਮਿਹਰ ਨਾਲ ਜਦੋਂ ਉਹ ਸਾਰਾ ਸੈਟਲ ਹੋ ਗਿਆ ਤੇ ਫਿਰ ਸਾਨੂੰ ਗੁਰੂ ਨਾਨਕ ਨੇ ਇੱਕ ਹੋਰ ਬੜੀ ਦਾਤ ਦਿੱਤੀ ਜੀ। ਸਾਨੂੰ ਇੱਕ ਸਾਧ ਸੰਗਤ ਮਿਲ ਗਈ ਜੀ, ਜਿਹੜੀ ਕਿ ਦੋਦਰਾ ਸੰਗਤ ਦੇ ਨਾਮ ਤੇ ਕਾਫੀ ਜਾਣੀ ਜਾਂਦੀ ਹੈ। ਤੇ ਉੱਥੇ ਬਾਊ ਜੀ ਨੇ ਜੋ ਲੇਖ ਲਿਖੇ ਨੇ ਜੀ, ਜਿਹੜੇ ਉਹਨਾਂ ਦੇ ਸਾਧ ਸੰਗਤ ਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਛੋਹ ਦੇ ਨਾਲ ਉਹ ਸਟਾਰਟ ਹੋਈ ਹੈ ਜੀ, ਉਹਨਾਂ ਨੇ ਆਪਣੇ ਹਰ ਲੇਖ 132 ਲੇਖ ਨੇ ਔਰ ਉਹ ਹਰ ਥਾਂ ਤੇ ਉਹਨਾਂ ਨੇ ਆਪਣਾ ਜਿਹੜਾ ਜ਼ਿਕਰ ਕੀਤਾ ਐਜ਼ ਏ ਖੋਜੀ ਕੀਤਾ। ਸੋ ਜਿਹੜੀ ਉਹ ਚਿਣਕ ਸੀ ਉਹ ਸਾਧ ਸੰਗਤ ਵਿੱਚ ਜਾ ਕੇ ਹੋਰ ਜ਼ਿਆਦਾ ਸਾਡੀ ਸਟਰੋਂਗ ਹੋ ਗਈ। ਪਲੱਸ ਜਦੋਂ ਮੈਂ ਘਰ ਆਂਦਾ ਸੀ ਤੇ ਮੈਨੂੰ ਜਿਹੜੀ ਵੀ ਖੋਜ ਕਰਨ ਲੱਗਿਆ ਕਿਸੇ ਕਿਤਾਬ ਦੀ ਜਾਂ ਕਿਸੇ ਆਰਟੀਕਲ ਦੀ ਜਾਂ ਕਿਸੇ ਰਿਸੋਰਸ ਦੀ ਲੋੜ ਪੈਂਦੀ ਸੀ ਤੇ ਫਿਰ ਮੈਂ ਇਹਨਾਂ ਨੂੰ ਕਹਿੰਦਾ ਸੀ ਤੇ ਇਹ ਮੈਨੂੰ ਉਸ ਚੀਜ਼ ਨੂੰ ਉਪਲਬਧ ਕਰਾ ਦਿੰਦੇ ਹੁੰਦੇ ਸੀ ਜੀ। ਪਲੱਸ ਇਹਨਾਂ ਨੇ ਰਿਫਲੈਕਟ ਅਪਨ ਵੀ ਕਰਦੇ ਸੀ ਜੋ ਮੈਂ ਇਹਨਾਂ ਨੂੰ ਸ਼ੇਅਰ ਕਰਦਾ ਸੀ, ਆਪਣੀਆਂ ਫਾਈਂਡਿੰਗਸ ਵਗੈਰਾ ਜਾਂ ਜਿਸ ਡਾਇਰੈਕਸ਼ਨ 'ਚ ਜਾਣ ਲੱਗਦਾ ਸੀ। ਸੋ ਇਹ ਮੈਨੂੰ ਸਮਾਂ ਵੀ ਦਿੱਤੀ ਰੱਖਿਆ ਇਹਨਾਂ ਨੇ ਔਰ ਉਹਦੀ ਰਿਫਲੈਕਸ਼ਨਸ ਔਰ ਉਹਦੇ ਬਾਰੇ ਚਿੰਤਨ ਵੀ ਕਰਨ ਲਈ ਮੈਨੂੰ ਸਹਿਯੋਗ ਦਿੱਤਾ ਜੀ। ਕੁਲਵਿੰਦਰ ਕੌਰ ਜੀ, ਤੁਸੀਂ ਦੱਸੋਗੇ, ਕੁਲਵਿੰਦਰ ਕੌਰ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਸ ਵੇਲੇ ਤੁਸੀਂ ਇਹਨਾਂ ਨੂੰ ਸਪੋਰਟ ਕਰਦੇ ਸੀ ਗੁਰਬਾਣੀ ਦੇ, ਉਸ ਸਿਧਾਂਤ ਨੂੰ ਆਪ ਆਪਣੇ ਮਨ ਵਿੱਚ ਕਿਵੇਂ ਵਸਾਉਂਦੇ ਸੋ ਕਿ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਚੀਜ਼ ਹੈ ਮੈਂ ਇਹਨੂੰ ਹੋਰ ਇਲੋਬਰੇਟ ਕਰਨੀ ਹੈ, ਮੈਂ ਹੋਰ ਇਹਨੂੰ ਬਿਹਤਰ ਤਰੀਕੇ ਨਾਲ ਪੇਸ਼ ਕਰਨੀ ਹੈ ਤਾਂ ਕਿ ਸਰਦਾਰ ਚਰਨਜੀਤ ਸਿੰਘ ਹੋਰਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਜਾਂ ਜੋ ਜਿਹੜੀ ਇਹ ਚੀਜ਼ ਲੱਭ ਰਹੇ ਨੇ, ਜਿਹੜੀ ਚੀਜ਼ ਦੀ ਜਗਿਆਸਾ ਇਹਨਾਂ ਦੇ ਅੰਦਰ ਹੈ, ਉਹਨੂੰ ਕਿਵੇਂ ਪੂਰਤੀ ਕੀਤੀ ਜਾਵੇ? ਉਹ ਅਸੀਂ ਜਿਹੜੀ ਬਾਊ ਜੀ ਦੀ ਸੰਗਤ ਤੇ ਜਾਂਦੇ ਸੀ, ਆਈ ਥਿੰਕ ਕਿ ਮੇਰਾ ਕੀਰਤਨ ਵਾਲ ਪਾਸੇ ਬੜਾ ਝੁਕਾਅ ਹੈ ਤੇ ਉਹ ਜਦੋਂ ਵੀ ਅਸੀਂ ਮਤਲਬ ਮੈਨੂੰ ਤੇ 12-12 ਘੰਟੇ ਭਾਵੇਂ ਬਿਠਾ ਲਓ ਤੇ ਮੈਨੂੰ ਬੜਾ ਚੰਗਾ ਲੱਗਦਾ ਕੀਰਤਨ 'ਚ ਨਾਲ ਬੈਠ ਕੇ ਗਾਣਾ,
ਨਾਟ ਇਵਨ ਸੁਣਨਾ, ਗਾਣਾ ਨਾਲ ਮੈਨੂੰ ਬਹੁਤ ਚੰਗਾ ਲੱਗਦਾ। ਸੋ ਜਦੋਂ ਇਹ ਕੋਈ ਗੱਲ ਕਰਦੇ ਸੀਗੇ ਤੇ ਮੈਂ ਸਮਝ ਸਕਦੀ ਸੀਗੀ ਕਿ ਇਹ ਕਿੱਥੋਂ ਗੱਲ ਕਰ ਰਹੇ ਨੇ। ਸੋ ਉਸ ਤੋਂ ਉੱਪਰ ਇਹ ਮੈਂ ਕਹਿ ਲਾਂਗੀ ਸਾਧੂ ਨੇ ਕੋਈ ਜ਼ਿਆਦਾ ਡਿਮਾਂਡ ਨਹੀਂ ਮੇਰੇ ਲਈ ਕੀਤੀ ਕਿ ਮੈਨੂੰ ਅੱਜ ਇਹ ਰੋਟੀ ਚਾਹੀਦੀ ਹੈ ਤੇ ਇਹ ਚਾਹੀਦਾ। ਇਹ ਆਪਣਾ ਮਸਤ ਹੈ, ਰੋਟੀ ਮਿਲੇ ਨਾ ਮਿਲੇ ਇਹਨਾਂ ਨੇ ਕੋਈ ਪਰਵਾਹ ਨਹੀਂ। ਦੇ ਦੋ ਰੋਟੀ ਤਦ ਵੀ ਠੀਕ ਹੈ, ਨਾ ਦਿਓ ਤਦ ਵੀ ਠੀਕ ਹੈ। ਸੋ ਇਵਨ ਲਾਈਕ ਮੇਰੀ ਜੌਬ ਹੋਣ ਦੇ ਬਾਵਜੂਦ ਵੀ ਮੈਨੂੰ ਕਦੀ ਘਰ ਦੇ ਕੰਮਾਂ 'ਚ ਕੋਈ ਪ੍ਰੋਬਲਮ ਨਹੀਂ ਆਈ। ਸੋ ਆਈ ਥਿੰਕ ਇੱਕ ਦੂਜੇ ਦਾ ਸਾਥ ਹੀ ਬੜਾ ਵੱਡਾ ਹੈ। ਜੇ ਰੋਟੀ ਨਹੀਂ ਵੀ ਬਣੀ ਤੇ ਕੋਈ ਗੱਲ ਨਹੀਂ, ਜੋ ਵੀ ਪਿਆ ਘਰ 'ਚ ਅਸੀਂ ਖਾ ਲੈਂਦੇ ਸੀ ਜਾਂ ਬਾਹਰੋਂ ਮੰਗਾ ਲੈਂਦੇ ਸੀ। ਕੋਈ ਇੰਨਾ ਵੱਡਾ ਸਾਡੇ ਇਸ਼ੂ ਨਹੀਂ ਆਇਆ ਫੈਮਿਲੀ 'ਚ, ਔਰ ਬੱਚੇ ਵੀ ਨਾਲ ਪੂਰੇ ਸਹਿਯੋਗ ਦਿੰਦੇ ਨੇ। ਸੋ ਹੁਣ ਮੈਂ ਆ ਰਿਹਾ ਜੀ ਵਿਸ਼ੇ ਦੇ ਉੱਤੇ, ਸਰਦਾਰ ਚਰਨਜੀਤ ਸਿੰਘ ਜੀ, ਕਿ ਖੋਜ ਜਿਹੜਾ ਹੈ, ਹੁਣ ਅਸੀਂ ਕਹਿੰਦੇ ਕਿ ਗੁਰਮਤ ਦੇ ਅੰਦਰ ਗੁਰਬਾਣੀ ਦੀ ਖੋਜ ਨਹੀਂ ਕੀਤੀ ਜਾ ਸਕਦੀ, ਕਿਉਂਕਿ ਗੁਰੂ ਸਾਹਿਬ ਨੇ ਆਪ ਹੀ ਬਾਣੀ ਦੇ ਦਿੱਤੀ ਹੈ, ਔਰ ਉਹ ਬਾਣੀ ਜਿਹੜੀ ਹੈ ਉਹ ਬਾਣੀ ਸਾਨੂੰ ਮਾਰਗਦਰਸ਼ਕ ਹੈਗੀ ਹੈ। ਅਸੀਂ ਗੁਰੂ ਸਾਹਿਬ ਨੇ ਜੋ ਅਕਾਲ ਪੁਰਖ ਦੀ ਬਾਣੀ, ਜਿਹਨਾਂ ਬਾਬਾ ਮਰਦਾਨਾ ਨੂੰ ਉਹਨਾਂ ਨੇ ਕਿਹਾ, ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਾ ਰਬਾਬ ਵਜਾਓ, ਬਾਣੀ ਆਈ ਹੈ, ਇਹ ਅਕਾਲ ਦੇ ਧੁਰੋਂ ਬਾਣੀ ਆਈ ਹੈ। ਉਹ ਕਿਆ ਅਸੀਂ ਉਸ ਬਾਣੀ ਨੂੰ ਖੋਜ ਕਰ ਸਕਦੇ ਸੀ ਜਾਂ ਉਸ ਦੇ ਰਸਤੇ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਰਸਤਿਆਂ ਦੇ ਨਾਲ ਬਿਹਤਰ ਤਰੀਕੇ ਨਾਲ ਗੁਰਬਾਣੀ ਜਿਹੜੀ ਹੈ ਸੰਗਤ ਦੀ ਸੋਚ ਤੱਕ ਪਹੁੰਚਾਈ ਜਾ ਸਕੇ? ਤੁਸੀਂ ਬਿਲਕੁਲ ਸਹੀ ਕਿਹਾ ਜੀ। ਗੁਰਬਾਣੀ ਆਪਣੇ ਆਪ ਵਿੱਚ ਖੋਜ ਹੋਈ ਵਸਤੂ ਗੁਰੂ ਨਾਨਕ ਨੇ ਤਰੁੱਠ ਕੇ ਸਾਡੀ ਝੋਲੀ 'ਚ ਪਾਈ ਹੈ ਦਾਤ। ਅਸੀਂ ਮਨ ਦੀ ਖੋਜ ਕਰਨੀ ਹੈ, ਗੁਰਬਾਣੀ ਦੇ ਟੂਲਸ ਲੈ ਕੇ, ਗੁਰਬਾਣੀ ਦਾ ਸਾਧਨ ਲੈ ਕੇ ਅਸੀਂ ਮਨ ਪਰਿਵਰਤਨ ਵੱਲ ਜਾਣਾ ਔਰ ਮਨ ਦੀ ਖੋਜ ਕਰਨੀ ਹੈ। ਮਨ ਖੋਜ ਮਾਰਗ ਹੈ ਸਾਡਾ। ਸੋ ਜਿਹੜਾ ਉਹ ਮਾਰਗ ਦੀ ਖੋਜ ਹੈ, ਉਹਦੇ ਵਿੱਚ ਜਦੋਂ ਅਸੀਂ ਗੁਰਬਾਣੀ ਦੀ ਸੇਧ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਗੁਰੂ ਪਾਤਸ਼ਾਹ ਆਪ ਮਿਹਰ ਕਰਦੇ ਨੇ ਔਰ ਆਪ ਸਾਨੂੰ ਜਿਹੜੀ ਸਾਡੇ ਵਿੱਚ ਤਬਦੀਲੀ ਆਉਂਦੀ ਹੈ, ਉਹ ਗੁਰੂ ਦੀ ਮਿਹਰ ਨਾਲ ਆਉਂਦੀ ਹੈ। ਉਹ ਕਿਸੇ ਖੋਜ ਦਾ ਨਤੀਜਾ ਨਹੀਂ ਹੁੰਦਾ। ਇਹ ਮਨ ਦੀ ਖੋਜ ਜਿਹੜੀ ਹੈ ਉਹ ਉਤਸ਼ਾਹਤ ਵੀ ਉਹੀ ਕਰਦਾ ਜੀ, ਸੇਵਾ ਆਪਣੀ ਆਪ ਲਾਉਂਦਾ ਜੀ, ਸਮਝਾਉਂਦੇ ਵੀ ਉਹ ਆਪ ਹੀ ਨੇ ਤੇ ਸੰਗਤ ਵੀ ਉਹ ਆਪ ਹੀ ਦਿੰਦੇ ਨੇ। ਤੇ ਜਿਵੇਂ ਜਿਵੇਂ ਚਾਅ ਵਧੀ ਜਾਂਦਾ ਤਿਉਂ-ਤਿਉਂ ਉਹ ਗੁੱਥੀਆਂ ਖੋਲ ਕੇ, ਬਾਂਹ ਪਕੜ ਕੇ ਪਾਰ ਵੀ ਉਹ ਆਪ ਹੀ ਕੱਢਦੇ ਨੇ ਜੀ। ਸੋ ਸਿਧਾਂਤਕ ਰੂਪ ਵਿੱਚ ਚਰਨਜੀਤ ਸਿੰਘ ਜੀ, ਚਰਨਜੀਤ ਸਿੰਘ ਜੀ, ਮੈਂ ਕਹਿੰਦਾ ਕਿ ਗੁਰਬਾਣੀ ਕਥਾ ਸਮੁੰਦਰ ਹੈ। ਅਥਾਹ ਸਮੁੰਦਰ ਦੇ ਅੰਦਰ ਜੇ ਕੋਈ ਕਹੇ ਕਿ ਬਈ ਸਤਿਗੁਰਾਂ ਤੋਂ ਇਲਾਵਾ, ਅਕਾਲ ਪੁਰਖ ਤੋਂ ਬਗੈਰ ਕੋਈ ਵੀ ਵਿਅਕਤੀ ਜਿਹੜਾ ਹੈ ਉਸ ਗੁਰਬਾਣੀ ਦੀ ਅਸਲੀ ਤਹਿ ਤੱਕ ਪਹੁੰਚ ਪਾਏਗਾ, ਮੇਰੇ ਖਿਆਲ 'ਚ, ਮੇਰਾ ਆਪਣਾ ਵਿਅਕਤੀਗਤ ਵਿਚਾਰ ਹੈ ਕਿ ਉਹ ਅਸੰਭਵ ਗੱਲ ਹੈ। ਲੇਕਿਨ ਗੁਰਬਾਣੀ ਦੇ ਕਿੰਨੇ ਤਲਾਂ ਤੱਕ ਅਸੀਂ ਪਹੁੰਚ ਸਕੇ ਹਾਂ, ਉਹਦੇ ਜਿਹੜੀ ਗੱਲ ਤੁਸੀਂ ਕੀਤੀ ਹੈ, ਇੱਕ ਨਵੀਂ ਵਿਸ਼ਾ ਹੈ ਮੇਰੇ ਕੋਲ ਗੱਲ ਕਰਨ ਜੋਗਾ, ਕਿ ਖੋਜ ਗੁਰਬਾਣੀ ਦੀ ਨਹੀਂ ਹੈ, ਖੋਜ ਮਨ ਦੀ ਹੈ। ਇਹ ਜਿਹੜੀ ਗੱਲ ਹੈ, ਇਹ ਬੜੀ ਸੁੰਦਰ ਸ਼ਬਦ ਨੇ ਜਿਨ੍ਹਾਂ ਨੂੰ ਮੈਂ ਆਈ ਮਸਟ ਐਪਰੀਸ਼ੀਏਟ ਕਿ ਅਸੀਂ ਉਹਨੂੰ ਡਿਫਾਈਨਡ ਕਰ ਦਿੱਤਾ ਹੈ, ਕਿ ਉਹਨੂੰ ਅਸੀਂ ਕਲੀਅਰ ਕਰ ਦਿੱਤਾ ਹੈ, ਐਲੋਬਰੇਟ ਕਰ ਦਿੱਤਾ ਹੈ ਕਿ ਮਨ ਦੀ ਖੋਜ ਹੈ, ਮਨ ਲੱਭਦਾ ਪਿਆ। ਉਸ ਮਨ ਦੇ ਲੱਭਣ ਦੇ ਸਾਧਨ ਜਿਹੜੇ ਨੇ ਉਹ ਅੱਜ ਦੀ ਤਕਨੀਕ ਹੋ ਸਕਦੀ ਹੈ। ਤੇ ਇਸ ਸਮੁੰਦਰ ਵਿੱਚ, ਅਥਾਹ ਸਮੁੰਦਰ ਦੇ ਵਿਚਕਾਰੋਂ ਅਸੀਂ ਬਾਣੀ ਦੇ ਬਾਰੇ ਜਾਣਕਾਰੀ ਲੈ ਕੇ ਜਿੱਥੇ ਆਪਣੇ ਮਨ ਦੀ ਤ੍ਰਿਪਤੀ ਕਰਦੇ ਹਾਂ, ਉੱਥੇ ਅਸੀਂ ਸੰਗਤਾਂ ਦੇ ਮਨਾਂ ਦੀ ਵੀ ਤ੍ਰਿਪਤੀ ਕਰਨ 'ਚ ਕੋਸ਼ਿਸ਼ ਕਰਦੇ ਹਾਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਬਿਲਕੁਲ ਸਹੀ ਕਿਹਾ ਜੀ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਉਹ ਮੈਥਡਸ ਦਿੱਤੇ ਨੇ, ਸਾਨੂੰ ਉਹ ਮੈਥਡੋਲੋਜੀ ਦਿੱਤੀ ਹੈ। ਮਿਸਾਲ ਦੇ ਤੌਰ ਤੇ ਉਹਨਾਂ ਨੇ ਵੀ ਪੁੱਛਿਆ, ਖੋਜ ਇੱਕ ਵਿਧ ਹੈ ਜੀ, ਇੱਕ ਤਰੀਕਾ ਦੱਸਿਆ ਸਾਨੂੰ ਜਿਹਦੇ ਨਾਲ ਮੈਂ ਆਪਣਾ ਗੁਰ ਪੁੱਛ ਦੇਖਿਆ। ਜਦੋਂ ਉਹ ਆਪ ਪੁੱਛਦੇ ਨੇ ਤੇ ਉਹ ਸਾਨੂੰ ਵੀ ਪ੍ਰੇਰਿਤ ਕਰਦੇ ਨੇ ਕਿ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਉੱਠਦਾ ਹੈ ਤੇ ਤੁਸੀਂ ਗੁਰੂ ਸਾਹਿਬ ਨੂੰ ਜਾ ਕੇ ਪੁੱਛੋ। ਗੁਰੂ ਸਾਹਿਬ, ਗੁਰਬਾਣੀ ਸਾਡਾ ਮਾਰਗਦਰਸ਼ਨ ਕਰੇਗੀ। ਜਦੋਂ ਸਾਡੇ ਮਨ ਵਿੱਚ ਕੋਈ ਸਵਾਲ ਆਉਂਦਾ ਤੇ ਅਸੀਂ ਉਹਦਾ ਜਵਾਬ ਗੁਰਬਾਣੀ ਤੋਂ ਲੱਭਣਾ। ਹੁਣ ਉਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਕਿ ਅਸੀਂ ਜਾਂ ਤਾਂ ਗੁਰਬਾਣੀ ਦੇ ਸਿਧਾਂਤਾਂ ਨੂੰ ਗੁਰਬਾਣੀ ਤੋਂ ਹੀ ਲੱਭੀਏ, ਜਾਂ ਜਿਹੜੇ ਹੋਰ ਉਹਦੇ ਬਾਰੇ ਸੈਕੰਡਰੀ ਸੋਰਸਿਸ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੀਏ ਤੇ ਉਹਨਾਂ ਦੇ ਵਿੱਚੋਂ ਉਹਨਾਂ ਸਿਧਾਂਤਾਂ ਦੇ ਕੋਈ ਪਰਸਪੈਕਟਿਵ ਜਾਂ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰੀਏ। ਅਸੀਂ ਜਦੋਂ ਗੁਰਬਾਣੀ ਨੂੰ ਗੁਰਬਾਣੀ ਨਾਲ ਸਮਝਦੇ ਹਾਂ
ਤੇ ਉਹ ਮੈਂ ਸਮਝਦਾ ਸਭ ਤੋਂ ਹੀ ਉੱਤਮ ਤਰੀਕਾ ਹੈ। ਉਹਦੇ ਵਿੱਚ ਮਾਇਆ ਦਾ ਲੇਸ ਮਾਤਰ ਵੀ ਨਹੀਂ ਹੈ, ਮਾਇਆ ਦੀ ਬਿਲਕੁਲ ਕਿਣਕ ਵੀ ਨਹੀਂ ਹੈ, ਔਰ ਉਹ ਆਪਣੇ ਆਪ ਵਿੱਚ ਸੰਪੂਰਨ ਗਿਆਨ ਹੈ ਜਿਹੜਾ ਸਾਡੇ ਕੋਲ ਗੁਰੂ ਨਾਨਕ ਨੇ ਸਾਡੀ ਝੋਲੀ 'ਚ ਦਾਤ ਪਾਈ ਹੈ। ਔਰ ਅਸੀਂ ਬਹੁਤ ਵਡਭਾਗੇ ਹਾਂ, ਸਾਰੇ ਜਗਤ ਦੇ ਵਿੱਚ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਇਹ ਦਾਤ ਹੈ, ਉਹ ਹਰ ਕੋਈ ਉਸ ਚੀਜ਼ ਉਹੀ ਟੂਲਸ ਯੂਜ਼ ਕਰਕੇ, ਕਿਉਂਕਿ ਗੁਰਮਤ ਦੇ ਵਿੱਚ ਜਿਹੜੀ ਮੈਥਡੋਲੋਜੀ ਹੈ ਉਹ ਕੁਐਸਚਨਿੰਗ ਆਨਸਰਿੰਗ ਦੀ ਹੈ। ਸਵਾਲ ਪੁੱਛਦੇ ਨੇ, ਉਹਦਾ ਜਵਾਬ ਦਿੰਦੇ ਨੇ, ਮਾਰਗ ਦਰਸ਼ਨ ਕਰਦੇ ਨੇ, ਔਰ ਇਹ ਸਾਰੀ ਦਾਤ ਉਹਨਾਂ ਨੇ ਆਪਣੇ ਕੋਲ ਰੱਖੀ ਹੈ। ਮੈਂ ਨਹੀਂ ਕਹਿ ਸਕਦਾ ਕਿ ਹਾਂ ਮੈਂ ਖੋਜ, ਜਿਵੇਂ ਤੁਸੀਂ ਬਿਲਕੁਲ ਸਹੀ ਕਿਹਾ ਕਿ ਕੋਈ ਵੀ ਸ਼ਖਸ ਇਹ ਨਹੀਂ ਕਹਿ ਸਕਦਾ ਕਿ ਮੈਂ ਲੱਭ ਲਿਆ, ਨਹੀਂ, ਮੈਂ ਉਸ ਰਾਹ ਤੇ ਤੁਰਿਆ ਤੇ ਗੁਰੂ ਨਾਨਕ ਨੇ ਬਾਹ ਪਕੜੀ ਹੈ ਤੇ ਮੈਂ ਅੱਗੇ ਜਾ ਸਕਦਾ, ਤੇ ਦਾਤ ਉਸੇ ਦੀ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੇ ਤਿਸ ਦੇਈ। ਉਹ ਦਾਤ ਉਹਨੇ ਹੀ ਦੇਣੀ ਹੈ, ਆਖਰੀ ਤੱਕ ਉਹਨੇ ਨਾਲ ਰਹਿਣਾ। ਅਸੀਂ ਟੈਕਨੋਲੋਜੀ ਦੀ ਚਰਨਜੀਤ, ਹਾਂ ਪਲੀਜ਼ ਜੀ ਕੈਰੀ ਔਨ, ਪਲੀਜ਼ ਕੈਰੀ ਔਨ। ਮੈਂ ਸਿਰਫ ਇਹ ਦੱਸਣਾ ਚਾਹ ਰਿਹਾ ਜੀ ਕਿ ਜਿਹੜੀ ਇਹ ਖੋਜ ਦੀ ਬਿੱਦ ਗੁਰੂ ਨਾਨਕ ਨੇ 550 ਸਾਲ ਪਹਿਲੇ ਸਾਡੀ ਝੋਲੀ 'ਚ ਪਾਈ, ਉਹਦੇ ਬਦੌਲਤ ਸਾਡੇ ਕੋਲ ਬੜੇ ਸਾਰੇ ਐਸੇ ਟੂਲਸ ਅੱਜ ਡਿਵੈਲਪ ਹੋ ਗਏ ਨੇ ਜਿਨ੍ਹਾਂ ਨਾਲ ਅਸੀਂ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਗੁਰਬਾਣੀ ਦੇ ਵਿੱਚੋਂ ਹੋਰ ਚਾਨਣਾ ਲੈ ਸਕਦੇ ਹਾਂ, ਚਾਨਣ ਹੋਰ ਲੈ ਸਕਦੇ ਹਾਂ। ਤਰੀਕਾ ਉਹੀ ਹੈ, ਮੈਂ ਆਪਣਾ ਗੁਰਪੂਛ ਦੇਖਿਆ ਔਰ ਗੁਰਬਾਣੀ ਨੂੰ ਗੁਰਬਾਣੀ ਨਾਲ ਹੀ ਸਮਝਣਾ, ਗੁਰਬਾਣੀ ਨੂੰ ਗੁਰਬਾਣੀ ਨਾਲ ਹੀ ਪੜ੍ਹਨਾ, ਸਮਝਣਾ, ਬੂਝਣਾ, ਸੀਝਣਾ। ਉਸ ਤਰ੍ਹਾਂ ਹੀ ਮੈਥਡ ਉਹੀ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਮਾਰਗ ਦਰਸ਼ਨ ਕੀਤਾ ਹੋਇਆ। ਲੇਕਿਨ ਟੂਲ ਅੱਜ ਦੀ ਅਜੋਕੇ ਯੁੱਗ ਦੇ ਵਿੱਚ ਥੋੜੇ ਜਿਹੇ ਬਦਲ ਗਏ ਨੇ, ਪਰ ਜਦੋਂ ਅਸੀਂ ਸਿਧਾਂਤਕ ਰੂਪ ਵਿੱਚ ਗੁਰਬਾਣੀ ਨੂੰ ਗੁਰਬਾਣੀ ਨਾਲ ਹੀ ਸਮਝਦੇ, ਪੜ੍ਹਦੇ, ਦੇਖਦੇ, ਬੁੱਝਦੇ ਹਾਂ ਤਾਂ ਉਹ ਸਾਡੇ ਵਾਸਤੇ ਲਾਹੇਵੰਦ ਹੁੰਦੀ ਹੈ, ਕਿਉਂਕਿ ਗੁਰੂ ਫਿਰ ਆਪ ਤਰੁੱਟਦਾ, ਗੁਰੂ ਉਸ ਨੂੰ ਆਪ ਆ ਕੇ ਦ੍ਰਿੜਾਉਂਦਾ, ਗੁਰੂ ਗਿਆਨ ਆਪ ਦਿੰਦਾ। ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ, ਔਰ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ, ਕਿ ਸਾਡੇ ਨਾਲ ਸਰਦਾਰ ਚਰਨਜੀਤ ਸਿੰਘ ਜੀ ਜਿਹੜੇ ਕਿ ਓਸ਼ਵਾ ਕੈਨੇਡਾ ਤੋਂ ਸਾਡੇ ਨਾਲ ਜੁੜੇ ਹੋਏ ਨੇ, ਔਰ ਸਰਦਾਰ ਚਰਨਜੀਤ ਸਿੰਘ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਯਾਨੀ ਕਿ ਸਰਦਾਰਨੀ ਕੁਲਵਿੰਦਰ ਕੌਰ ਜੀ ਜਿਹੜੇ ਕਿ ਉਹਨਾਂ ਦੀ ਜ਼ਿੰਦਗੀ ਦੇ ਵੀ ਸਾਥੀ ਨੇ। ਲੇਕਿਨ ਗੁਰਮਤ ਦੀ ਇਸ ਜਿਹੜਾ ਕਾਰਜ ਹੈ, ਇਸ ਕਾਰਜ ਦੇ ਸਿਧਾਂਤ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਆਪਣੇ ਪੂਰੇ ਸਹਿਯੋਗ ਜਿਹੜੇ ਨੇ ਉਹ ਦਿੱਤੇ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਲੇਕਿਨ ਗੱਲਬਾਤ ਦੇ ਵਿੱਚੋਂ ਜਦੋਂ ਅਸੀਂ ਗੁਰਮਤ ਦੀ ਗੱਲ ਕਰ ਰਹੇ ਸੀ, ਗੁਰਬਾਣੀ ਦੀ ਗੱਲ ਕਰ ਰਹੇ ਸੀ, ਉੱਥੇ ਸ਼ਬਦ ਆ ਰਹੇ ਸਨ ਕਿ ਵੀ ਆਪਾਂ ਕਿਵੇਂ ਇਸ ਬਾਣੀ ਨੂੰ, ਇਸ ਗੁਰਮਤ ਦੇ ਸਿਧਾਂਤ ਨੂੰ ਸਮਝ ਸਕਦੇ ਹਾਂ। ਔਰ ਅੱਜ ਜਿਹੜੀ ਟੈਕਨੋਲੋਜੀ ਹੈ, ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਅਸੀਂ ਟੈਕਨੋਲੋਜੀ ਨੂੰ ਕਦੀ ਪ੍ਰੋਪਰਲੀ ਵਰਤਦੇ ਘੱਟ ਹੀ ਹਾਂ, ਜਾਂ ਟੈਕਨੋਲੋਜੀ ਜਦੋਂ ਆਊਟ ਆਫ ਮਾਰਕੀਟ ਤੋਂ ਜਾਣ ਨੂੰ ਹੁੰਦੀ ਹੈ, ਨਵੀਂ ਟੈਕਨੋਲੋਜੀ ਐਂਟਰ ਕਰ ਜਾਂਦੀ, ਉਦੋਂ ਅਸੀਂ ਉਸ ਟੈਕਨੋਲੋਜੀ ਨੂੰ ਵਰਤਦੇ ਹਾਂ। ਜਾਂ ਮਿਸਾਲ ਦੇ ਤੌਰ ਤੇ ਜਦੋਂ CD ਮਾਰਕੀਟ ਦੇ ਵਿੱਚੋਂ ਬਾਹਰ ਜਾ ਰਹੀ ਸੀ, ਟੈਕਨੋਲੋਜੀ ਬਾਹਰ ਜਾਂਦੀ ਪਈ ਸੀ, ਉਦੋਂ ਅਸੀਂ ਕੀਰਤਨ ਵਾਸਤੇ ਕੈਸਟ ਚੁਣੀ। ਫਿਰ ਉਸ ਤੋਂ ਬਾਅਦ CD ਜਦੋਂ ਮਾਰਕੀਟ ਚੋਂ ਬਾਹਰ ਜਾਣ ਲੱਗੀ ਤੇ ਅਸੀਂ CD ਇਸਤੇਮਾਲ ਕਰਨੀ ਸ਼ੁਰੂ ਕੀਤੀ। ਜਿਵੇਂ ਜਿਵੇਂ ਟੈਕਨੋਲੋਜੀ ਆਂਦੀ ਰਹੀ ਹੈ, ਉਸ ਟੈਕਨੋਲੋਜੀ ਨੂੰ ਉਸ ਤਰੀਕੇ ਦੇ ਨਾਲ ਅਸੀਂ ਪ੍ਰੋਪਰਲੀ ਵਰਤ ਨਹੀਂ ਸਕੇ, ਔਰ ਉਸ ਕਰਕੇ ਅਸੀਂ ਹਮੇਸ਼ਾ ਕਿਸੇ ਟੈਕਨੋਲੋਜੀ ਨੂੰ ਪ੍ਰਾਪਤ ਕਰਨ ਵਾਸਤੇ, ਉਹਦੇ ਸਿਧਾਂਤ ਨੂੰ ਸਮਝਣ ਵਾਸਤੇ, ਅਸੀਂ ਆਪਣੀ ਗੱਲ ਨੂੰ ਪਹੁੰਚਾਉਣ ਵਾਸਤੇ ਉਹਨੂੰ ਇਸਤੇਮਾਲ ਨਹੀਂ ਕੀਤਾ। ਲੇਕਿਨ ਜਿੱਥੇ ਅੱਜ COVID-19 ਦੀ ਗੱਲ ਕਰੀਏ, ਜਿੱਥੇ ਅਸੀਂ ਕਰੋਨਾ ਵਾਇਰਸ ਦੀ ਗੱਲ ਕਰੀਏ, ਜਦੋਂ ਪੂਰਾ ਸੰਸਾਰ ਆਪਣੇ ਘਰਾਂ ਦੇ ਅੰਦਰ ਬੰਦ ਹੋ ਗਿਆ, ਉਸ ਵੇਲੇ ਗੁਰਮਤ ਨੇ ਔਰ ਗੁਰਬਾਣੀ ਦੇ ਪ੍ਰੇਮੀਆਂ ਨੇ ਜਿਹੜੀ ਇੱਕ ਟੈਕਨੋਲੋਜੀ ਨੂੰ ਵਰਤਿਆ, ਔਰ ਕਿਸ ਤਰੀਕੇ ਨਾਲ ਦੁਨੀਆ ਦੇ ਕੋਨਿਆਂ ਦੇ ਤੇ ਕਿਤੇ ਕਲਾਸਰੂਮ ਤੋਂ ਲੈ ਕੇ ਵਰਲਡ ਕਲਾਸਰੂਮ ਦੇ ਵਿੱਚ ਅਸੀਂ ਤਬਦੀਲ ਹੋ ਚੁੱਕੇ ਹਾਂ। ਇਹ ਸਾਰੀਆਂ ਗੱਲਾਂ ਅਸੀਂ ਕਰ ਰਹੇ ਹਾਂ ਸਰ ਚਰਨਜੀਤ ਸਿੰਘ ਜੀ ਦੇ ਨਾਲ। ਇਹ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਅਸੀਂ ਤੁਹਾਨੂੰ ਸੱਦਾ ਦੇ ਰਹੇ ਹਾਂ ਕਿ ਆਪ ਕਿਰਪਾ ਕਰੋ, ਅਗਰ ਤੁਹਾਡੇ ਕੋਲ ਵੀ ਜ਼ਿੰਦਗੀ ਦਾ ਕੋਈ ਤਜਰਬਾ ਹੈ, ਆਪ ਜੀ ਵੀ ਕਿਸੇ ਤਕਨੀਕ ਨੂੰ ਵਰਤਦੇ ਹੋ, ਆਪਨੇ ਜ਼ਿੰਦਗੀ ਦੇ ਅੰਦਰ, ਚਾਹੇ ਉਹ ਡਾਕਟਰ ਹੋ, ਚਾਹੇ ਵਕੀਲ ਹੋ, ਚਾਹੇ ਦੁਨੀਆ ਦੇ ਕਿਸੇ ਕੋਨੇ ਵਿੱਚ ਰਹਿੰਦੇ ਹੋ, ਤੁਸੀਂ ਟੀਚਰ ਹੋ, ਤੁਸੀਂ ਪ੍ਰਚਾਰਕ ਹੋ, ਤੁਸੀਂ ਰਾਗੀ ਹੋ, ਗੁਰਦੁਆਰਾ ਪ੍ਰਬੰਧਕ ਹੋ, ਕਿਸੇ ਸੰਸਥਾ ਨਾਲ ਸੰਬੰਧਿਤ ਹੋ, ਕਿਤੇ ਵੀ ਆਪ ਹੋ, ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਕਰੀਨ ਦੇ ਉੱਤੇ ਨੰਬਰ ਆ ਰਹੇ ਨੇ, ਔਰ ਉਸ ਦੇ ਨਾਲ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੀ ਸਕਰੀਨ ਦੇ ਉੱਤੇ ਈਮੇਲ ਐਡਰੈਸ ਆ ਰਿਹਾ, ਸਿੱਖੀ ਚੈਨਲ ਦੀ ਸਕਰੀਨ ਦੇ ਉੱਤੇ WhatsApp ਨੰਬਰ ਆ ਰਿਹਾ, ਔਰ ਸਾਹਮਣੇ ਸਕਰੀਨ ਦੇ ਉੱਤੇ ਆਪ ਮੇਰਾ ਨੰਬਰ ਦੇਖ ਰਹੇ ਹੋ +1 647 783 2331, ਯਾਨੀ ਕਿ 604 783 2331 ਦੇ ਉੱਤੇ ਆਪ WhatsApp ਦਾ ਮੈਨੂੰ ਮੈਸੇਜ ਪਾ ਸਕਦੇ ਹੋ। ਮੈਂ ਆਪ ਜੀ ਨੂੰ ਜਵਾਬ ਜ਼ਰੂਰ ਦਿਆਂਗਾ। ਔਰ ਨਾਲ ਹੀ ਅਗਰ ਤੁਸੀਂ ਇਹਦੇ ਸ਼ਾਮਲ ਹੋਣਾ ਚਾਹੋ, ਜ਼ਿੰਦਗੀ 'ਚ ਯਾਦ ਰੱਖਣਾ, ਆਪਣੇ ਤਜਰਬੇ ਨੂੰ ਨਾ ਵੰਡਣਾ, ਇਹ ਵੀ ਬੜਾ ਵੱਡਾ
ਮਨ ਦੇ ਉੱਤੇ ਬੋਝ ਇਨਸਾਨ ਆਪਣੇ ਨਾਲ ਲੈ ਜਾਂਦਾ ਹੈ। ਸੋ ਇਹ ਪ੍ਰੋਗਰਾਮ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਤੋਂ ਸਰ ਜਗਜੀਤ ਸਿੰਘ ਜੀ ਦਰਦੀ ਜਿਹੜੇ ਉਹਦੇ ਮੁਖੀ ਨੇ, ਔਰ ਸਰਦਾਰ ਹਰਜੋਤ ਸ਼ਾਹ ਸਿੰਘ ਜੀ ਸਿੱਖੀ ਚੈਨਲ ਤੋਂ ਇਹ ਤੁਹਾਡੇ ਤੱਕ ਪਹੁੰਚਾਉਂਦੇ ਨੇ। ਔਰ ਅੱਜ ਅਸੀਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ ਸਰਦਾਰ ਚਰਨਜੀਤ ਸਿੰਘ ਜੀ ਜਿਹੜੇ ਕਿ ਆਪਣੀ ਧਰਮ ਪਤਨੀ ਸਰਦਾਰਨੀ ਕੁਲਵਿੰਦਰ ਕੌਰ ਦੇ ਨਾਲ ਸਾਡੇ ਨਾਲ ਕਰੀਏ ਦਿਲ ਦੀਆਂ ਗੱਲਾਂ। ਅੱਜ ਦਿਲ ਦੀਆਂ ਗੱਲਾਂ ਕਰ ਰਹੇ ਨੇ, ਕੋਈ ਫਾਰਮਲ ਨਹੀਂ, ਕੋਈ ਗੱਲ ਨਹੀਂ। ਸੋ ਹੁਣ ਅਸੀਂ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਾਂਗੇ। तो कृपा करके नंबर आप ध्यान रखो, ਤੁਹਾਡੇ ਸਾਹਮਣੇ ਸਕਰੀਨ ਤੇ ਹੈ। आप फेसबुक ਤੇ ਦੇਖ ਰਹੇ ਹੋ ਜਾਂ आप YouTube ਤੇ ਦੇਖ ਰਹੇ ਹੋ, ਜਿੱਥੇ ਕਿਤੇ ਵੀ ਦੇਖਦੇ ਹੋ, ਕਿਰਪਾ ਕਰਕੇ ਜ਼ਰੂਰ WhatsApp ਮੈਸੇਜ ਪਾਓ। ਸੋ ਸਰਦਾਰਨੀ ਕੁਲਵਿੰਦਰ ਕੌਰ ਜੀ ਦੇ ਨਾਲ ਵੀ ਗੱਲ ਕਰਾਂਗੇ, ਸਰ ਚਰਨਜੀਤ ਸਿੰਘ ਜੀ ਔਰ ਕੁਲਵਿੰਦਰ ਕੌਰ ਜੀ ਪਲੀਜ਼। ਮੇਰਾ ਪ੍ਰਸ਼ਨ ਹੁਣ ਤੁਹਾਡੇ ਦੋਵਾਂ ਲਈ ਹੈ, तो कृपा करके आप ਮੈਨੂੰ ਦੱਸੋਗੇ ਸਾਬਤ ਦਿਲ ਕੀ ਹੈ? ਸਾਬਤ ਦਿਲ ਕੀ ਹੈ? ਕਿਉਂਕਿ ਮੈਂ ਹਾਂਜੀ ਸਭ ਤੋਂ ਕਠਿਨ ਪ੍ਰਸ਼ਨ ਹੈ ਜੀ, ਔਰ ਸਭ ਤੋਂ ਜ਼ਿਆਦਾ ਲੋੜੀਂਦਾ ਸਵਾਲ ਹੈ, ਕਿਉਂਕਿ ਦਿਲ ਦੀਆਂ ਗੱਲਾਂ ਤਾਂ ਅਸੀਂ ਸਾਰਿਆਂ ਨਾਲ ਕਰ ਲੈਂਦੇ ਹਾਂ। ਮੈਂ ਇੱਕ ਮਿਸਾਲ ਦੇਣਾ ਕਿ ਜਦੋਂ ਮੈਂ ਆਪ ਦਾ ਪ੍ਰੋਗਰਾਮ, ਬਹੁਤ ਧੰਨਵਾਦੀ ਹਾਂ ਕਿ ਆਪ ਇਹਨਾਂ ਗੁਰੂ ਨਾਨਕ ਦੀ ਮਿਹਰ ਦਾ ਸਦਕਾ ਤੁਸੀਂ ਇਹਨਾਂ ਉਪਰਾਲਾ ਕਰ ਰਹੇ ਹੋ, ਲੇਕਿਨ ਜਦੋਂ ਅਸੀਂ ਇੰਟਰਨੈਟ ਦੇ ਯੁੱਗ ਦੇ ਵਿੱਚ ਸਿਰਫ ਦਿਲ ਦੀਆਂ ਗੱਲਾਂ ਨੂੰ ਸਰਚ ਕਰਦੇ ਸੀ ਇੰਟਰਨੈਟ ਤੇ ਜਾ ਕੇ, ਤੇ ਸਾਡੇ ਕੋਲ ਲੱਖਾਂ ਐਸੇ ਉਹਦੇ ਰਿਜ਼ਲਟਸ ਆਉਂਦੇ ਸੀ ਜਿਹੜੇ ਕਿ ਸਾਬਤ ਦਿਲ ਤੋਂ ਬੜਾ ਹੀ ਪਰੇ ਸੀ। ਲੇਕਿਨ ਆਪ ਦਾ ਇੱਕ ਐਸਾ ਨਵੇਕਲਾ ਪ੍ਰੋਗਰਾਮ ਹੈ ਜਿਹੜਾ ਸਾਬਤ ਦਿਲ ਬਾਰੇ ਗੱਲ ਕਰਦਾ ਹੈ, ਕਿਉਂਕਿ ਉਹ ਗੁਰਮਤ ਦੀ ਗੱਲ ਕਰਦਾ ਹੈ, ਉਹ ਗੁਰਮਤ ਦੇ ਸਿਧਾਂਤਾਂ ਦੀ ਗੱਲ ਕਰਦਾ ਹੈ, ਔਰ ਉਹ ਸਾਬਤ ਦਿਲ ਤਾਂ ਹੀ ਹੈ ਜੇ ਉਹ ਮਾਇਆ ਤੋਂ ਰਹਿਤ ਹੋ ਕੇ ਜਿਹੜੇ ਗੁਰਬਾਣੀ ਦੇ ਆਧਾਰ ਤੇ ਆਪਣੀ ਗੱਲ ਕਰਦਾ ਹੈ, ਤਾਂ ਉਹ ਸਾਬਤ ਦਿਲ ਦੀ ਗੱਲ ਕਰਦਾ ਪਿਆ। ਕਬੀਰ ਸਾਹਿਬ ਵੀ ਕਹਿੰਦੇ ਨੇ ਜਾ ਕੇ ਦਿਲ ਸਾਬਤ ਨਹੀਂ। ਜੀ 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 ਪਲੀਜ਼ ਕੰਟੀਨਿਊ ਕਰੋ ਜੀ। ਕੰਟੈਕਸਟ ਇਹ ਮੈਂ ਦੇ ਰਿਹਾ ਸੀ ਜੀ ਕਿ ਸਾਬਤ ਦਿਲ ਦੀ ਮਹੱਤਤਾ ਬਹੁਤ ਦੱਸੀ ਗਈ ਹੈ। ਜਿਹੜਾ ਟੁੱਟਿਆ ਹੋਇਆ ਦਿਲ ਹੈ ਉਹ ਮਾਇਆ ਵਿੱਚ ਫਸਿਆ ਹੋਇਆ ਹੈ, ਜਿਹੜਾ ਸਾਬਤ ਦਿਲ ਹੈ, ਔਰ ਸਾਬਤ ਦਿਲ ਵੱਲ ਵਧਣ ਦਾ, ਸਾਬਤ ਦਿਲ ਨੂੰ ਸਮਝਣ ਦਾ, ਸਾਬਤ ਦਿਲ ਵੱਲ ਤੇ ਜਾ ਕੇ ਆਪਣਾ ਵਾਸਾ ਕਰਨ ਦਾ ਜਿਹੜਾ ਉਪਰਾਲਾ ਤੁਹਾਡਾ ਹੈਗਾ, ਉਹ ਮੈਨੂੰ ਬਹੁਤ ਅੱਛਾ ਲੱਗਿਆ ਕਿ ਇਹ ਕੇਵਲ ਦਿਲ ਦੀਆਂ ਗੱਲਾਂ ਨਹੀਂ ਕਰਦੇ ਤੁਸੀਂ, ਇਹ ਤੁਸੀਂ ਸਾਬਤ ਦਿਲ ਦੀਆਂ ਗੱਲਾਂ ਕਰਦੇ ਹੋ। ਇਹ ਬੜਾ ਹੀ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਤੁਹਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਿਆ ਜੀ। ਸੋ ਸਰ ਚਰਨਜੀਤ ਸਿੰਘ ਜੀ, ਅਸੀਂ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਗੁਰੂ ਦੀ ਜਿਹੜੇ ਇਸ ਗੁਰਮਤ ਦੇ ਸਿਧਾਂਤ ਨੂੰ ਸਮਝਣ ਲਈ ਜਿਹੜੀ ਗਹਿਰਾਈ ਤੱਕ ਪਹੁੰਚਣ ਵਾਸਤੇ ਤੁਸੀਂ ਜਿਵੇਂ ਪਹੁੰਚੇ ਹੋ, ਔਰ ਜਿਵੇਂ ਪਹੁੰਚਣ ਤੋਂ ਬਾਅਦ ਤੁਸੀਂ ਸੰਗਤਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਦੇ ਲਈ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਫਿਰ ਮੈਂ ਅਗਲਾ ਪ੍ਰਸ਼ਨ ਤੁਹਾਨੂੰ ਲਾਸਟ ਪੁੱਛਣਾ ਜੇ ਕਿ ਪੰਜਾਬ ਯੂਨੀਵਰਸਿਟੀ ਦੇ ਉਸ ਡਿਜੀਟਲ ਟੈਕਨੋਲੋਜੀ ਬਾਰੇ, ਤੋਂ ਇਸ ਕਰਕੇ ਮੈਨੂੰ ਇਹਦਾ ਸਵਾਲ ਦਾ ਜਵਾਬ ਦਿਓ ਤਾਂ ਕਿ ਇਸ ਤੋਂ ਬਾਅਦ ਮੈਂ ਫਿਰ ਤੁਹਾਨੂੰ ਅਗਲਾ ਪ੍ਰਸ਼ਨ ਕਰ ਸਕਾਂ। ਜੀ ਮੇਰੇ ਕੋਲ ਇੱਥੇ ਜਿੰਨਾ ਸਮਾਂ ਵੀ ਮੈਂ ਰਿਹਾ ਜੀ, ਮੈਂ ਕਾਫੀ ਸਾਰੀਆਂ ਯੂਨੀਵਰਸਿਟੀਜ਼ ਦੇ ਨਾਲ ਦੀ ਮਦਦ ਦੇ ਨਾਲ ਉਹਨਾਂ ਦੇ ਕੋਲ ਜਿਹੜੇ ਟੈਕਨੋਲੋਜੀ ਦੇ ਸੌਫਟਵੇਅਰ ਸੀ, ਉਹ ਜਿਹੜੇ ਕਿ ਟੈਕਸਟ ਨੂੰ ਐਨਾਲਿਸਿਸ ਕਰਦੇ ਨੇ। ਮੈਂ ਉਹਦਾ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹਨਾ ਕਿ ਜਿਵੇਂ ਆਪ ਪਿੱਛੇ ਦੇਖ ਰਹੇ ਹੋ, ਇਹ ਅਸੀਂ ਇੱਕ ਸੌਫਟਵੇਅਰ ਦੀ ਮਦਦ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਕਾਸ਼ਮਾਨ ਹੋਏ ਸ਼ਬਦ ਰੂਪ ਸੱਸਾ ਬੱਬਾ ਦੱਦਾ ਦੱਦੇ ਥੱਲੇ ਔਂਕੜ ਨੂੰ ਅਸੀਂ ਸਰਚ ਕੀਤਾ ਟੈਕਨੋਲੋਜੀ ਦੇ ਰਾਹੀਂ, ਕਾਰਪਸ ਲਿੰਗੁਇਸਟਿਕ ਦੀ ਸਰਚ ਰਾਹੀਂ। ਜਦੋਂ ਅਸੀਂ ਉਹਨੂੰ ਖੋਜ ਕਰਦੇ ਹਾਂ ਤੇ ਉਸ ਦੇ ਨਾਲ ਸਾਡੇ ਕੋਲ ਇੱਕ ਬੜਾ ਹੀ ਕਲੀਅਰ ਪਿਕਚਰ, ਅਮੂਮਨ ਸੁਣਨ ਵਿੱਚ ਆਉਂਦਾ ਹੈ ਕਿ ਇਹ ਪਿਕਚਰ ਇਜ਼ ਵਰਥ 1000 ਵਰਡਸ, ਲੇਕਿਨ ਮੈਂ ਇਹਨੂੰ ਥੋੜਾ ਜਿਹਾ ਸੁਧਾਰ ਕੇ ਇਹ ਕਹਿਣਾ ਕਿ ਜਦੋਂ ਉਹ ਪਿਕਚਰ, ਜਦੋਂ ਉਹ ਵਿਜ਼ੂਅਲ ਰਿਸਰਚ ਦੇ ਉੱਤੇ ਬੇਸਡ ਹੈ, ਖੋਜ ਦੇ ਉੱਤੇ ਬੇਸਡ ਹੈ, ਤੇ ਉਹ ਹਜ਼ਾਰਾਂ ਤਰ੍ਹਾਂ ਦੀਆਂ ਇਨਸਾਈਟਸ ਲਿਆਂਦਾ ਹੈ। ਮਿਸਾਲ ਦੇ ਤੌਰ ਤੇ ਆਪ ਦੇਖ ਸਕਦੇ ਹੋ ਕਿ ਜਿਹੜੀ ਸ਼ਬਦ ਔਰ ਗੁਰ ਦਾ ਸੰਪਰਕ ਹੈ, 500 ਮੋٹے ਸ਼ਬਦਾਂ 'ਚ ਅਗਰ ਮੈਂ ਕਹਾਂ ਤੇ 600 ਦੇ ਕਰੀਬ ਪੰਕਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸੀਆਂ ਅੰਕਤ ਨੇ ਔਰ ਐਸੀਆਂ ਵਿਰਾਜਮਾਨ ਨੇ, ਪ੍ਰਕਾਸ਼ਿਤ ਨੇ, ਪ੍ਰਕਾਸ਼ ਰੂਪ ਨੇ, ਜਿਨ੍ਹਾਂ ਦੇ ਵਿੱਚ ਸ਼ਬਦ ਔਰ ਗੁਰੂ ਦੇ ਸਿਧਾਂਤ ਬਾਰੇ ਸਾਨੂੰ ਪੂਰੀ ਤਰ੍ਹਾਂ ਨਾਲ ਜਾਣਕਾਰੀ ਮਿਲਦੀ ਹੈ।
ਬਚਪਨ ਵਿੱਚ ਜਾਂ ਜੋ ਮੈਂ ਵੱਡਾ ਹੁੰਦਾ ਰਿਹਾ ਤਾਂ ਮੈਨੂੰ ਇੱਕ ਪੰਕਤੀ ਬੜੀ ਫੈਸੀਨੇਟ ਕਰਦੀ ਸੀ, ਪ੍ਰਭਾਵ ਪਾਉਂਦੀ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਜਦੋਂ ਮਹਾਰਾਜ ਨੇ ਪਹਿਲੀ ਮੈਂ ਵਾਰੀ ਪੰਕਤੀ ਸੁਣੀ ਤਾਂ ਮੈਨੂੰ ਗੁਰੂ ਸ਼ਬਦ ਦੇ ਨਾਲ ਸ਼ਬਦ ਦਾ ਸੁਮੇਲ ਬੜਾ ਸਟਰੋਂਗ ਦਿਸਿਆ। ਪਰ ਜਦੋਂ ਮੈਂ ਟੈਕਨੋਲੋਜੀ ਦੇ ਵਿੱਚ ਜਾ ਕੇ ਇਹ ਪਿਕਚਰ ਜਿਹੜੀ ਤੁਹਾਡੇ ਪਿੱਛੇ ਮੈਂ ਦਿਖਾ ਰਿਹਾ, ਜਦੋਂ ਅਸੀਂ ਇਹ ਵਾਲੀ ਪਿਕਚਰ ਬਣਾਈ ਤਾਂ ਸਾਡੇ ਕੋਲ ਇੱਕ ਹੋਰ ਨਵਾਂ ਤੱਤ ਉੱਭਰ ਕੇ ਆਇਆ ਕਿ ਸ਼ਬਦ ਔਰ ਗੁਰ ਦਾ ਵੀ ਬੜਾ ਸਟਰੋਂਗ ਸੰਬੰਧ ਹੈ। ਸੋ ਇਹਦੀ ਕਿਵੇਂ ਖੋਜ ਕਰਨੀ ਹੈ, ਇਹਨੂੰ ਕਿਵੇਂ ਆਪਸ ਵਿੱਚ ਜੋੜਨ ਨੂੰ ਦੇਖਣਾ ਹੈ, ਇਹ ਫਿਰ ਗੁਰੂ ਅੱਗੇ ਅਰਦਾਸ ਕਰੀਦੀ ਹੈ, ਬਾਦਸ਼ਾਹ ਅੱਗੋਂ ਰਾਹ ਪਾਓ, ਫਿਰ ਉਹ ਅੱਗੇ ਰਾਹ ਪਾਉਂਦੇ ਨੇ। ਸੋ ਅਸੀਂ ਜਦੋਂ ਗੁਰਬਾਣੀ ਨੂੰ ਟੈਕਨੋਲੋਜੀ ਦੀ ਮਦਦ ਦੇ ਨਾਲ ਖੋਜਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਗੁਰੂ ਆਪ ਰਾਹ ਪਾਉਂਦੇ ਨੇ। ਜਿਹੜਾ ਤੁਸੀਂ ਪੰਜਾਬ ਯੂਨੀਵਰਸਿਟੀ ਦਾ ਡਿਜੀਟਲ ਇਨੀਸ਼ੀਏਟਿਵ ਦੀ ਗੱਲ ਕੀਤੀ ਹੈ ਜੀ, ਅਸੀਂ ਦੋਨੋਂ ਜਾਣੇ ਬੜੇ ਵਡਭਾਗੀ ਆ ਜੀ, ਕਿਉਂਕਿ ਅਸੀਂ ਜੰਮੇ ਪਲੇ ਪੰਜਾਬ ਯੂਨੀਵਰਸਿਟੀ 'ਚ ਹੈਗੇ ਆ। ਤਾਂ ਹੁਣ ਅਸੀਂ ਉਹਨਾਂ ਦੇ ਨਾਲ ਸਾਨੂੰ ਗੁਰੂ ਮਿਹਰ ਕਰੇ ਇੱਕ ਉਪਰਾਲਾ ਕਰ ਰਹੇ ਹਾਂ, ਜਿਹਦੇ ਵਿੱਚ ਜਿਹੜੇ ਉੱਥੋਂ ਦੇ ਖੋਜੀ ਵਿਦਿਆਰਥੀ ਨੇ ਉਹਨਾਂ ਨੂੰ ਇਹ ਸਾਰੇ ਟੂਲਸ ਜਿਹੜੇ ਮੈਂ ਆਲਮੋਸਟ 15 ਸਾਲ ਤੋਂ ਇਕੱਠੇ ਕੀਤੇ ਹੋਏ ਨੇ, ਉਹ ਸਾਰੇ ਉਹਨਾਂ ਨਾਲ ਸ਼ੇਅਰ ਕਰਾਂਗੇ ਤਾਂ ਕਿ ਆਉਣ ਵਾਲੇ ਵਿਦਿਆਰਥੀ ਉਹ ਟੂਲਸ ਨੂੰ ਲੈ ਕੇ ਗੁਰਬਾਣੀ ਨੂੰ ਇੱਕ ਨਵੇਂ ਸਿਰੇ ਤੋਂ ਸਮਝ ਸਕਣ ਤੇ ਗੁਰੂ ਦੀ ਓਟ ਆਸਰਾ ਲੈ ਕੇ, ਕਿਉਂਕਿ ਗੁਰੂ ਤੋਂ ਬਗੈਰ ਸਾਨੂੰ ਟੈਕਨੋਲੋਜੀ ਕੋਈ ਵੀ ਦੁਨੀਆ ਦੀ ਐਸੀ ਨਹੀਂ ਹੈ ਜਿਹੜੀ ਸਾਨੂੰ ਗੁਰੂ ਤੋਂ ਬਗੈਰ ਉਸ ਦਾ ਅਰਥ ਸਮਝਾ ਸਕਦੀ ਹੈ। ਸੋ ਬਿਲਕੁਲ ਠੀਕ ਹੈ। ਹਾਂਜੀ, ਤੇ ਉਹ ਮੈਂ ਟੂਲ ਕੰਟੀਨਿਊ ਕਰੋ ਜੀ। ਸਾਡੇ ਕੋਲ ਸਮਾਂ ਬਹੁਤ ਥੋੜਾ ਰਹਿ ਗਿਆ, ਲੇਕਿਨ 3 ਮਿੰਟ ਰਹਿ ਗਏ ਨੇ। ਤੁਸੀਂ ਆਪਣੀ ਗੱਲ ਨੂੰ ਜ਼ਰੂਰ ਸਾਨੂੰ ਦੱਸੋ, ਦਰਸ਼ਕ ਸੁਣਨਾ ਚਾਹੁੰਦੇ ਨੇ। ਠੀਕ ਹੈ ਜੀ, ਮੈਂ ਉਹ ਟੂਲ ਦਾ ਐਗਜ਼ਾਮਪਲ ਦੇਣ ਲੱਗਾ ਜੀ। ਜਿਹੜਾ ਟੂਲ ਚਲਾ ਕੇ ਤੁਹਾਨੂੰ ਮੈਂ ਸਿਰਫ ਦਿਖਾਵਾਂਗਾ ਜੀ, ਉਸ ਤੇ ਜ਼ਿਆਦਾ ਟਾਈਮ ਨਹੀਂ ਲੱਗੇਗਾ। ਇਹ ਉਹ ਟੂਲ ਹੈ ਜੀ ਜਿਹੜਾ ਅਸੀਂ ਯੂਜ਼ ਕਰਕੇ ਤੇ ਗੁਰਬਾਣੀ ਦੀ ਖੋਜ ਕਰਦੇ ਹਾਂ। ਮੈਨੂੰ 1 ਮਿੰਟ ਲੱਗੇਗਾ ਜੀ। ਪਲੀਜ਼ ਜੀ। ਹਾਂਜੀ, ਇਹ ਇੱਕ ਟੂਲ ਹੈ ਜੀ। ਇਹਦੇ ਵਿੱਚ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਪਾ ਦਿੰਨੇ ਆ। ਮਿਸਾਲ ਦੇ ਤੌਰ ਤੇ ਜਦੋਂ ਅਸੀਂ ਇਹ ਪੰਕਤੀਆਂ ਪਾ ਲਈਆਂ ਤੇ ਅਸੀਂ ਸਪੋਜ਼ ਕਰ ਲਓ ਖੋਜ ਕਰਨੀ ਹੈ ਸ਼ਬਦ ਦੀ। ਸੋ ਇੱਥੇ ਉੱਪਰ ਜਾ ਕੇ ਅਸੀਂ ਉਹ ਸ਼ਬਦ ਸਿਲੈਕਟ ਕਰ ਲਿਆ ਜੀ। 595 ਪੰਕਤੀਆਂ ਦੇ ਵਿੱਚ ਸ਼ਬਦ ਪ੍ਰਕਾਸ਼ ਰੂਪ ਸੀ ਜੀ। ਇਹ ਵਾਲੇ ਸ਼ਬਦ ਅੱਖਰ ਜਿਹੜਾ ਹੈਗਾ ਸੱਸਾ ਬੱਬਾ ਦੱਦਾ ਥੱਲੇ ਔਂਕੜ। ਸੋ ਇਹਦੀ ਫ੍ਰੀਕੁਐਂਸੀ ਦੇਖੀ ਜੀ, ਤੇ ਇਹ ਟੋਟਲ ਸ਼ਬਦ ਅੱਖਰ ਜਿਹੜਾ ਹੈਗਾ 599 ਵਾਰੀ ਆਇਆ। 4 ਪੰਕਤੀਆਂ ਐਸੀਆਂ ਜਿਹਦੇ ਸ਼ਬਦ 2 ਵਾਰੀ ਪ੍ਰਕਾਸ਼ ਰੂਪ ਵਿੱਚ ਆਇਆ ਜੀ। ਉਸ ਤੋਂ ਬਾਅਦ ਜਿਹੜਾ ਦੂਸਰਾ ਇਹਦੇ ਨਾਲ ਸਟਰੋਂਗ ਲਿੰਕ ਬਣਾਉਣ ਵਾਲਾ ਜੋ ਸਿਮਿਲਰ ਇਹਦਾ ਸ਼ਬਦ ਦੇ ਨਾਲ ਆਉਂਦਾ, ਉਹ ਗੁਰ ਅੱਖਰ ਆਉਂਦਾ। ਗੱਗਾ ਰਾਰਾ ਮੁਕਤਾ, ਗੱਗੇ ਔਂਕੜ ਰਾਰਾ ਮੁਕਤਾ ਜੀ। ਹੁਣ ਇਹਨਾਂ ਦਾ ਜਦੋਂ ਅਸੀਂ ਸੰਬੰਧ ਦੇਖਣਾ ਚਾਹੁੰਦੇ ਹਾਂ ਤੇ ਅਸੀਂ ਇਹ ਸੌਫਟਵੇਅਰ ਨੂੰ ਚਲਾਉਂਦੇ ਹਾਂ, ਔਰ ਆਪ ਜੀ ਦੇਖ ਸਕਦੇ ਹੋ ਕਿ ਇਹ ਸਾਰੇ ਮਹੱਲਿਆਂ ਦੀ ਬਾਣੀ ਨੂੰ ਚੁੱਕੇਗਾ। ਸਾਰੇ ਮਹੱਲਿਆਂ ਦੀ ਬਾਣੀ ਨੂੰ ਚੁੱਕ ਕੇ ਉਹਦੇ ਵਿੱਚ ਰਿਲੇਸ਼ਨਸ਼ਿਪ ਦੇਖੇਗਾ, ਉਹਦੇ ਵਿੱਚ ਮੇਲ ਸੰਜੋਗ ਔਰ ਕਿੰਨੀ ਗਹਿਰਾਈ 'ਚ ਉਹ ਇੱਕ ਦੂਜੇ ਦੇ ਨਾਲ ਸੰਬੰਧਿਤ ਅੱਖਰਾਂ ਨੂੰ ਮੇਲ ਖਾਂਦੇ ਨੇ, ਉਹ ਦੱਸੇਗਾ। ਤੇ ਮੈਂ ਪੂਰਾ ਨਹੀਂ ਚੱਲਣ ਦਿਆਂਗਾ ਕਿਉਂਕਿ ਮੈਂ ਆਲਰੇਡੀ ਚਲਾ ਕੇ ਤੁਹਾਡੇ ਵਾਸਤੇ ਰੱਖਿਆ ਹੋਇਆ। ਸੋ ਮਿਸਾਲ ਦੇ ਤੌਰ ਤੇ ਜਿਹੜਾ ਅਸੀਂ ਸ਼ਬਦ ਕੱਢਿਆ, ਉਹ ਇਹ ਸਾਰਾ ਰਿਜ਼ਲਟ ਆਇਆ ਸਾਡੇ ਕੋਲ ਕਿ ਇਹ ਸਾਰੇ ਬਾਣੀ ਦੇ ਵਿੱਚ ਇਹ ਸਾਰੇ ਆਥਰਸ ਵੱਲੋਂ ਸ਼ਬਦ ਬਾਰੇ ਜ਼ਿਕਰ ਹੋਇਆ ਹੈ। ਹੁਣ ਅਗਰ ਅਸੀਂ ਉਹ ਸ਼ਬਦ ਬਾਰੇ ਜ਼ਿਕਰ ਦੇਖ ਲਿਆ ਤਾਂ ਫਿਰ ਅਸੀਂ ਇਹ ਦੇਖਿਆ ਕਿ ਕਿਹੜੇ ਆਥਰ ਵੱਲੋਂ, ਕਿਹੜੇ ਮਹੱਲੇ ਵੱਲੋਂ ਕਿਸ ਬਾਰੇ ਜ਼ਿਕਰ ਹੋਇਆ ਹੈ। ਤਾਂ ਉਹ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਕੋਲ ਅਸੀਂ ਦੇਖਦੇ ਹਾਂ ਕਿ ਜੇ ਭਾਈ ਬਲਵੰਤ ਔਰ ਸੱਤਾ ਜੀ ਨੇ ਉਸ ਬਾਰੇ ਜ਼ਿਕਰ ਕੀਤਾ ਤੇ ਉਹਨਾਂ ਨੇ ਕੇਵਲ ਸ਼ਬਦ ਔਰ ਮਨ ਬਾਰੇ ਗੱਲ ਕੀਤੀ ਹੈ। ਆਪਣੀ ਜੋ ਬਾਣੀ ਉਹਨਾਂ ਦੀ ਪ੍ਰਕਾਸ਼ਮਈ ਹੈ ਉਹਦੇ ਵਿੱਚ ਉਹਨਾਂ ਨੇ ਸਿਰਫ ਮਨ ਔਰ ਸ਼ਬਦ ਦਾ ਮੇਲ ਦੱਸਿਆ। ਜਦਕਿ ਜਿਹੜਾ ਕਬੀਰ ਸਾਹਿਬ ਦਾ ਅਗਰ ਅਸੀਂ ਦੇਖਦੇ ਹਾਂ ਤਾਂ ਉਹਨਾਂ ਨੇ ਸ਼ਬਦ ਦੇ ਵਿੱਚ ਗੁਰ ਔਰ ਅੰਤਰ ਬਾਰੇ ਵੀ ਜ਼ਿਕਰ ਕੀਤਾ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਅਸੀਂ ਗੁਰਬਾਣੀ ਦੀਆਂ, ਤੁਸੀਂ ਬਿਲਕੁਲ ਠੀਕ ਕਿਹਾ ਸੀ ਪ੍ਰੋਗਰਾਮ ਦੇ ਸ਼ੁਰੂ ਵਿੱਚ, ਗੁਰਬਾਣੀ ਅਗਾਧ ਬੋਧ ਹੈ ਜੀ। ਇਹ ਸਾਡੇ ਕੋਲ ਕੋਈ ਰਸਤਾ ਨਹੀਂ ਹੈ ਕਿ ਅਸੀਂ ਗੁਰਬਾਣੀ ਦੀ ਪੂਰਨ ਰੂਪ ਵਿੱਚ ਉਹਦੀ ਜਾਣਕਾਰੀ ਲੈ ਸਕੀਏ।
ਤੇ ਅਸੀਂ ਗੁਰੂ ਅੱਗੇ ਕੇਵਲ ਅਰਦਾਸ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਇਸ ਮਾਰਗ ਤੇ ਚੱਲਣ ਲੱਗਿਆਂ ਆਪਣੀ ਬਾਹ ਪਕੜ ਕੇ ਸਾਨੂੰ ਪਾਰ ਕਰੋ। ਤੇ ਇਹ ਜਿਹੜੇ ਟੂਲਸ ਨੇ ਇਹ ਸਿਰਫ ਸਾਨੂੰ ਥੋੜੀ ਜੀ ਸਹਾਇਤਾ ਦਿੰਦੇ ਨੇ ਤਾਂ ਕਿ ਅਸੀਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝ ਸਕੀਏ, ਕੰਪੈਰੀਟਿਵ ਸਟੱਡੀਜ਼ ਕਰ ਸਕੀਏ, ਇਹਨਾਂ ਦੇ ਵਿਸ਼ਲੇਸ਼ਣ ਕਰ ਸਕੀਏ, ਇਹਨਾਂ ਨੂੰ ਹੋਰ ਚੰਗੇ ਤਰੀਕੇ ਨਾਲ ਬੁੱਝ ਸਕੀਏ। ਕਿਤੇ ਇਹ ਨਾ ਹੋਏ ਕਿ ਅਸੀਂ ਸੈਕੰਡਰੀ ਸੋਰਸਿਸ ਨੂੰ ਲੈ ਕੇ ਆਪਣੇ ਆਪ ਨੂੰ ਹੋਰ ਭਰਮ ਵਿੱਚ ਪਾ ਲਈਏ। ਸੋ ਇਹ ਟੈਕਨੋਲੋਜੀ ਦੀ ਮਦਦ ਦੇ ਨਾਲ ਅਸੀਂ ਉਹਨਾਂ 'ਚ ਸਪੈਸੀਫਾਈ ਕਰ ਸਕਦੇ ਹਾਂ, ਔਰ ਜਿਹੜਾ ਨਤੀਜਾ ਮੈਂ ਕੱਢ ਰਿਹਾ ਤੁਸੀਂ ਵੀ ਉਹੀ ਕੱਢੋਗੇ, ਕਿਉਂਕਿ ਟੈਕਨੋਲੋਜੀ ਦੇ ਜਿਹੜੇ ਟੂਲਸ ਨੇ ਉਹ ਸਾਰਿਆਂ ਲਈ ਇਕਸਾਰ ਨੇ, ਸਾਇੰਟੀਫਿਕ ਮੈਥਡਸ ਨੇ ਜੀ। ਬਸ ਇੰਨਾ ਹੀ ਕਹਾਂਗਾ। ਸਰਦਾਰ ਚਰਨਜੀਤ ਸਿੰਘ ਜੀ, ਸਰ ਚਰਨਜੀਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਹੋਣ ਜਾ ਰਿਹਾ ਹੈ। ਮੇਰੇ ਵੀਰ ਹਰਜੋਤ ਸ਼ਾਹ ਸਿੰਘ ਜੀ ਨੇ ਤੁਹਾਡਾ ਧੰਨਵਾਦ ਕਰਨਾ ਹੈ, ਲੇਕਿਨ ਜਾਣ ਤੋਂ ਪਹਿਲਾਂ ਮੈਂ ਗੱਲ ਪੁੱਛਣਾ ਚਾਹਾਂਗਾ ਕਿ ਅਗਰ ਕੋਈ ਵਿਅਕਤੀ ਚਾਹਵੇ ਕਿ ਬਈ ਮੈਂ ਆਪ ਜੀ ਕੋਲੋਂ ਹੋਰ ਜਾਣਕਾਰੀ ਲੈ ਸਕਾਂ, ਕੋਈ ਐਸੀ ਵੈਬਸਾਈਟ ਜਾਂ ਐਸਾ ਕੋਈ ਲਿੰਕ ਹੈ ਜਿਹਦੇ ਤੇ ਜਾ ਕੇ ਇਸ ਦੇ ਬਾਰੇ ਹੋਰ, ਕਿਉਂਕਿ ਅੱਧੇ ਘੰਟੇ ਦੇ ਪ੍ਰੋਗਰਾਮ 'ਚ ਇਹ ਗੱਲ ਨੂੰ ਅਸੀਂ ਪੂਰੀ ਤਰ੍ਹਾਂ ਲੋਕਾਂ ਤੱਕ ਸ਼ਾਇਦ ਨਾ ਪਹੁੰਚਾ ਸਕੇ ਹੋਈਏ। ਸਾਡੀ ਕੋਸ਼ਿਸ਼ ਸੀ ਕਿ ਅਸੀਂ ਇਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੀਏ, ਲੇਕਿਨ ਇਹ ਜੋ ਮਿਹਨਤ ਤੁਸੀਂ ਕੀਤੀ ਹੈ, ਇਸ ਮਿਹਨਤ ਦੇ ਲਈ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਕਿਰਪਾ ਕਰਕੇ ਕੋਈ ਲਿੰਕ ਐਸਾ ਹੈ ਜਿਹਦੇ ਨਾਲ ਆਪ ਜੀ ਦੀ ਇਸ ਸਾਰੀ ਜਿਹੜੀ ਤੁਹਾਡੀ ਕੀਤੀ ਕਾਰਵਾਈ ਹੈ, ਜੋ ਸਾਰਾ ਤੁਸੀਂ ਕੰਮ ਕੀਤਾ ਹੈ, ਜਿਹੜੇ ਟੂਲਸ ਤੁਸੀਂ ਵਰਤੇ ਨੇ, ਇਹਨੂੰ ਵੱਧ ਤੋਂ ਵੱਧ ਸੰਗਤ ਸਮਝ ਸਕੇ। ਮੇਰੀ ਸੰਗਤ ਅੱਗੇ ਬੇਨਤੀ ਇਹੀ ਹੈ ਜੀ ਕਿ ਉਹ ਆਪ ਜੀ ਨਾਲ ਸੰਪਰਕ ਕਰ ਸਕਦੇ ਨੇ। ਮੈਨੂੰ ਮੇਰਾ ਫੋਨ ਨੰਬਰ ਵੀ ਦੇ ਸਕਦੇ ਹੋ ਤੁਸੀਂ ਉਹਨਾਂ ਨੂੰ। ਇਹ ਸੇਵਾ ਹੈ ਜੀ, ਹੁਣ ਮੇਰੇ ਕੋਲ ਜੋ ਵੀ ਹੈ ਇਹ ਸੇਵਾ ਹੈ, ਸੰਗਤ ਦੇ ਵਾਸਤੇ ਹੀ ਹੈ, ਸੰਗਤ ਦੇ ਹੀ ਉਤਸ਼ਾਹ ਨਾਲ ਇਹ ਸੇਵਾ ਬਣੀ ਹੈ ਜੀ। ਸੋ ਮੈਨੂੰ ਹਜੇ ਕੋਈ ਅਸੀਂ ਇਹ 6 ਮਹੀਨੇ ਤੋਂ ਹੀ ਅਸੀਂ ਦੁਬਾਰਾ ਇਸ ਚੀਜ਼ ਨੂੰ ਸ਼ੇਅਰ ਕਰਨ ਵੱਲ ਜਾ ਰਹੇ ਹਾਂ ਜੀ, ਤੇ ਹਜੇ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਵੈਬਸਾਈਟ ਜਾਂ ਉਹ ਨਹੀਂ ਹੈ। ਪੰਜਾਬ ਯੂਨੀਵਰਸਿਟੀ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ 'ਚ ਜਿਉਂ-ਜਿਉਂ ਨਿਖਾਰ ਆਏਗਾ ਤੇ ਮੈਂ ਆਪ ਜੀ ਦੇ ਚੈਨਲ ਰਾਹੀਂ ਸੰਗਤ ਨਾਲ ਸਾਂਝਾ ਕਰ ਸਕਦਾ, ਪਰ ਇਸ ਘੜੀ ਸੰਗਤ ਆਪ ਦੇ ਚੈਨਲ ਦੇ ਰਾਹੀਂ ਹੀ ਸਾਨੂੰ ਸੰਪਰਕ ਕਰੇ ਤੇ ਸਾਨੂੰ ਵੀ ਚੰਗਾ ਲੱਗੇਗਾ, ਕਿਉਂਕਿ ਆਪ ਦਾ ਚੈਨਲ ਵੀ ਸਾਬਤ ਦਿਲ ਦੀ ਗੱਲ ਕਰਦਾ ਹੈ, ਔਰ ਸਾਡੀ ਵੀ ਚਾਹਤ ਇਹੀ ਹੈ ਕਿ ਅਸੀਂ ਸਾਬਤ ਦਿਲ ਬਾਰੇ ਕੁਝ ਜੋ ਵੀ ਸਾਡੇ ਕੋਲ ਦਿਲ ਫੁੱਲ ਸਰਦਾ ਅਸੀਂ ਸੰਗਤ ਨਾਲ ਸਾਂਝਾ ਕਰੀਏ ਜੀ। ਸਰਦਾਰਨੀ ਕੁਲਵਿੰਦਰ ਕੌਰ ਜੀ ਦਾ ਤੇ ਸਰਦਾਰ ਚਰਨਜੀਤ ਸਿੰਘ ਦਾ ਧੰਨਵਾਦ ਕਰਨ ਵਾਸਤੇ ਮੈਂ ਵੀਰ ਹਰਜੋਤ ਸ਼ਾਹ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਦਾ, ਸਿੱਖੀ ਚੈਨਲ ਦੇ ਦਰਸ਼ਕਾਂ ਦਾ ਜਿੱਥੇ ਧੰਨਵਾਦ ਕਰਨਗੇ, ਉਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਹੈ। ਔਰ ਦੂਜੇ ਪਾਸੇ ਸਰ ਚਰਨਜੀਤ ਸਿੰਘ ਜੀ ਔਰ ਕੁਲਵਿੰਦਰ ਕੌਰ ਜੀ ਨੇ ਅੱਜ ਜੋ ਚੀਜ਼ਾਂ ਤਿਆਰ ਕੀਤੀਆਂ ਨੇ, ਇਹ ਜਿੱਥੇ ਇਹਨਾਂ ਦੇ ਮਨ ਦੀ ਆਪਣੀ ਸੰਤੁਸ਼ਟੀ ਹੋਈ ਹੈ, ਉੱਥੇ ਮੈਨੂੰ ਪੂਰੀ ਆਸ ਹੈ ਉਹ ਦਰਸ਼ਕਾਂ ਨੂੰ ਵੀ, ਜਿਹੜੇ ਲੋਕ ਸੰਗਤ ਹੈ ਉਹਦੇ ਅੰਦਰ ਵੀ ਇਹ ਪ੍ਰਸਾਦ ਰੂਪ ਵੰਡਣਾ ਚਾਹੁੰਦੇ ਨੇ। ਔਰ ਇਸ ਪ੍ਰਸਾਦ ਨੂੰ ਲੈਣ ਲਈ ਸਾਨੂੰ ਮਨ ਦੇ ਅੰਦਰ ਇੱਕ ਜਗਿਆਸਾ, ਇੱਕ ਭੁੱਖ, ਇੱਕ ਆਪਣੇ ਅੰਦਰ ਉਹ ਪਾਣੀ ਪਏਗੀ ਜਿਹਦੇ ਤੋਂ ਬਗੈਰ ਅਸੀਂ ਉਸ ਤੱਕ ਨਹੀਂ ਪਹੁੰਚਦੇ। ਔਰ ਉਹ ਭੁੱਖ ਜਿਹੜੀ ਹੈ ਉਹ ਮਨ ਦੀ ਭੁੱਖ ਹੈ, ਔਰ ਮਨ ਦੀ ਹੀ ਸੰਤੁਸ਼ਟੀ ਜਿਹੜੀ ਹੈ ਉਹ ਰੱਬ ਦੇ ਕੋਲ ਨੇੜੇ ਲੈ ਕੇ ਜਾਂਦੀ ਹੈ, ਉਸ ਅਕਾਲ ਪੁਰਖ ਦੇ ਦਰਸ਼ਨ ਕਰਾਉਂਦੀ ਹੈ, ਉਹਦੇ ਕੋਲ ਲਿਜਾਂਦੀ ਹੈ। ਸੋ ਅੱਜ ਦੇ ਇਸ ਗੱਲਬਾਤ ਦੇ ਸਿਲਸਿਲੇ 'ਚ ਸਰਦਾਰ ਹਰਜੋਤ ਸ਼ਾਹ ਸਿੰਘ ਜੀ, ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ, ਸਿੱਖੀ ਚੈਨਲ ਦਰਸ਼ਕਾਂ ਦਾ ਧੰਨਵਾਦ ਕਰਨਾ। ਸ਼ਾਇਦ ਤਕਨੀਕੀ ਕਾਰਨਾਂ ਕਰਕੇ ਸ਼ਾਇਦ ਉਹਨਾਂ ਦਾ ਲਿੰਕ ਨਹੀਂ ਹੋ ਪਾ ਰਿਹਾ। ਸੋ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਦਾ, ਸਿੱਖੀ ਚੈਨਲ ਦੇ ਦਰਸ਼ਕਾਂ ਦਾ ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਵੰਤ ਸਿੰਘ ਰਾਜਸਥਾਨ ਸੀ। ਚੜ੍ਹਦੀ ਕਲਾ ਟਾਈਮ ਟੀਵੀ ਸਰਦਾਰ ਜਗਜੀਤ ਸਿੰਘ ਜੀ ਦਰਦੀ ਅਤੇ ਹਰਜੋਤ ਸ਼ਾਹ ਸਿੰਘ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਰਦਾਰ ਚਰਨਜੀਤ ਸਿੰਘ ਜੀ ਦਾ ਔਰ ਸਰਦਾਰਨੀ ਕੁਲਵਿੰਦਰ ਕੌਰ ਜੀ ਦਾ ਧੰਨਵਾਦ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਇਸ ਖੋਜ ਨੂੰ, ਇਸ ਨੂੰ, ਭੁੱਖ ਨੂੰ ਮਿਟਾਉਣ ਲਈ ਜਿੱਥੇ ਆਪਣੇ ਆਪ ਦੀ ਤ੍ਰਿਪਤੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਦਰਸ਼ਕਾਂ ਦੀ ਵੀ ਤ੍ਰਿਪਤੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਇਹੀ ਸਾਡਾ ਉਪਰਾਲਾ ਹੈ। ਤਾਂ ਸਕਰੀਨ ਤੇ ਆਉਂਦੇ ਨੰਬਰਾਂ ਤੇ ਜ਼ਰੂਰ ਸੰਪਰਕ ਕਰੋ। ਔਰ ਅਗਰ ਚਰਨਜੀਤ ਸਿੰਘ ਜੀ ਦੇ ਬਾਰੇ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਆਪ ਜੀ WhatsApp ਦੇ ਉੱਤੇ ਮੈਨੂੰ ਮੈਸੇਜ ਕਰ ਸਕਦੇ ਹੋ। ਮੇਰਾ ਨੰਬਰ ਆਪ ਜੀ ਦੇ ਸਾਹਮਣੇ ਹੈ, +1 604 783 2331 604 783 2331 ਤੇ ਆਪ ਸੰਪਰਕ ਕਰੋ। ਦਿਓ ਇਜਾਜ਼ਤ, ਫਿਰ ਇੱਕ ਅਗਲੇ ਮਹਿਮਾਨ ਦੇ ਨਾਲ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਤਦ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।